सानू क्यों आउंदी है। ਉਹਦੇ ਵਿੱਚ बड़े विस्तार नाल मार करंडे प्राण दे विच वर्णित है दुर्गा सप्तशती। क्यों 700 श्लोक है ਉਹਦੇ ਵਿੱਚ। जो गुरु पुराण है ਉਹਦੇ ਵਿੱਚ 10,000 श्लोक है, पर हुण 7,000 है गए। ਦੇ ਗੱਡੇ ਵਿੱਚ ਲੈ ਆਉਂਦੀ ਹੈ। ਇਹੋ ਹੀ ਮਮਤਾ ਇਨਸਾਨ ਦੇ ਮਨ ਮੰਦਰ ਚ ਪਾਉਂਦੀ ਹੈ। ਉਹ ਗੱਲ ਚਿੰਤਾ ਦੀ ਕਰ ਰਹੇ ਸੀ। ਨਾ ਜੀ ਜਨਮ ਦੀ ਨਾ ਜੀ ਮਰਤੀ ਆਤਮਾ ਤੋਂ ਅਮਰ ਹੈ ਪਿਆਰੇ ਆਤਮਾ ਤੋਂ अमर प्यारे निष्काम सभी कर्म करो और फल की इच्छा छोड़ प्यारे गीता पढ़ते सुनते हो गीता पढ़ते सुनते हो फिर अमल कियो नितम करते हो राधे कृष्णा। अब क्या होगा कल क्या होगा जो भी होगा अच्छा ही होगा। रहेगा प्यारे जो मंजूर प्रभु को होगा। गरीब की चिंता करते हो क्यों ठंडी आंधी करते हो। तो फिर दोबारा आई हुई सर्वसाध संगत साडे नीलम जी कालिया साहब ने साडी माता जी के प्रति उन्हां दी आत्मा के प्रति समर्पित किए। असी बहुत बहुत धन्यवादी हाँ। अज असी इकट्ठे होए इस मंच ते साडे माता जी राजरानी जी इस संसार नूं छड्ड के परमात्मा के चरणों में जा वराजे हैं। कहते कि कबीरा जब हम आए जगत में जग हसे हम रोए। आज बैठी हुई खलकत ये बयान कर रही आ साडे माता जी का अकला किस तरह का सी और उन्होंने जो सुपुत्र श्री लाभचंद जी कलवंत राय जी भल्ला साहब सतपाल जी साडे काला भाजी जो कि पहले स्वर्ग सुधार चुके आ उन्होंने अकला किस तरह का ये माता जी के सुभाव को बयान कर रहा है। जदों संसार में जीव आउंदा ते बहुत तरह दी यात्रावां करते हुए इस संसार नूं छड्ड के जाना पैंदा। एक परम सच्चाई आ, इस तो मुख नहीं मोड़िया जा सकता। जो भी किसी ने भांडा कर दिता या किसी चीज को बना दिता एक दिन उसने अवश्य टुटना है और टुट के इस संसार तो रुखसत हो जाना है। मिट्टी विचों इंसान पैदा होंदा और मिट्टी दे विच ही चला जाता है। शायर ने बड़ी अच्छी लाइनां लिखियां मरण दे उत्ते। कहंदा कि जदों मेरी अर्थी उठा के चलणगे ते मेरे साथी मेरे नाल हुम हुमा के चलणगे। जिहड़े नाल दे साथी आ बड़े जोर शोर दे नाल चलदे आ। नाल की लिखदा कहंदा कि चलणगे मेरे नाल दुश्मन भी मेरे पर वो जरा मुस्कुरा के चलणगे। रहियां सारी उम्र मेरे तन ते लीरा पर उस वक्त मैनू सजा के चलणगे। इंसान की की जिंदगी आ किदां बच्चियां नूं पालदा की करदा। रहियां कहंदा सारी उम्र मेरे तन ते लीरा पर उस वक्त मैनू सजा के चलणगे। जिन्हां नूं कहंदा मैं अपनियां पलकां दीयां छावां च बिठाया ਉਹ ਮੈਨੂੰ ਬਲਦੀ ਹੋਈ ਅੱਗ ਦੇ ਵਿੱਚ ਬਿਠਾ ਕੇ ਚੱਲਣਗੇ। ਚਾਹੇ ਕਿੱਡਾ ਵੀ ਕੋਈ ਰਾਜਾ ਰੰਗ ਕਿਉਂ ਨਾ ਹੋਵੇ। ਉਸ ਵੇਲੇ ਜਿਹਨਾਂ ਪੁੱਤਰਾਂ ਨੂੰ ਜਿਹਨਾਂ ਧੀਵਾਂ ਨੂੰ ਮਾਪਿਆਂ ਨੇ ਬੜੇ ਚਾਅ ਤੇ ਬੜੇ ਲਾਡ ਦੇ ਨਾਲ ਪਾਲਿਆ ਹੁੰਦਾ ਉਹਨਾਂ ਦੀ ਬਵਸੀ ਹੋ ਜਾਂਦੀ ਆ।
ਉਹ ਬਲਦੀ ਹੋਈ ਅੱਗ ਵਿੱਚ ਉਹਨਾਂ ਨੂੰ ਬਿਠਾ ਕੇ ਉਸ ਵੇਲੇ ਚੱਲ ਜਾਂਦੇ ਆ। ਇਹਨਾਂ ਕੀ ਇਨਸਾਨ ਦਾ ਜੀਵਨ ਹੈ, ਜੀਵਨ ਦੇ ਵਿੱਚ ਬਹੁਤ ਕੁਝ ਨਹੀਂ ਆ। ਫਿਰ ਸਾਡੇ ਮਾਤਾ ਜੀ ਕਹਿੰਦੇ ਕਿ ਮਾਤਾ ਇੱਕ ਔਰ ਕੰਮ ਤਿੰਨ। ਇੱਕ ਮਾਂ ਤਿੰਨ ਕੰਮ ਕਰਦੀ ਆ। ਉਹ ਕਿਹੜੇ ਤਿੰਨ ਕੰਮ ਕਰਦੀ ਆ? ਜਿਹੜੇ ਸਾਡੇ ਬ੍ਰਹਮਾ, ਵਿਸ਼ਨੂੰ ਔਰ ਮਹੇਸ਼ ਕਰਦੇ ਆ, ਉਹ ਤਿੰਨ ਕੰਮ ਇੱਕ ਮਾਂ ਕਰਦੀ ਆ। ਜਨਮ ਦੇਣ ਵਾਲੀ ਮਾਤਾ, ਜਿੱਦਾਂ ਸਾਡੇ ਸ੍ਰਿਸ਼ਟੀ ਦੇ ਰਚਈਆ ਬ੍ਰਹਮਾ ਜੀ, ਮਾਤਾ ਜਨਮ ਦਿੰਦੀ ਆ, ਸ੍ਰਿਸ਼ਟੀ ਤੇ ਇਨਸਾਨ ਆ ਜਾਂਦਾ। ਫਿਰ ਜੋ ਵਿਸ਼ਨੂੰ ਭਗਵਾਨ ਜਿਸ ਤਰੀਕੇ ਨਾਲ ਪਾਲਣ ਕਰਦੇ ਆ, ਮਾਤਾ ਉਸ ਬੱਚੇ ਦਾ ਪਾਲਣ ਕਰਦੀ ਆ। ਔਰ ਸੰਹਾਰ ਕਰਦਾ ਸ਼ਿਵਜੀ ਭੋਲੇਨਾਥ, ਉਹ ਵੀ ਕੰਮ ਮਾਤਾ ਹੀ ਕਰਦੀ ਆ। ਇੱਕ ਮਾਤਾ ਤਿੰਨ ਤਿੰਨ ਕੰਮ ਕਰਦੀ ਹੋਈ ਇਸ ਸੰਸਾਰ ਤੋਂ ਫਿਰ ਰੁਖਸਤ ਹੋ ਜਾਂਦੀ ਆ। ਉਹਨਾਂ ਬੱਚਿਆਂ ਦੇ ਲਈ ਅੱਜ ਦੀ ਘੜੀ ਕਿਸ ਤਰ੍ਹਾਂ ਦੀ ਹੋਏਗੀ? ਅਸੀਂ ਜਿੰਨੇ ਵੀ ਇਸ ਸਭਾ ਦੇ ਵਿੱਚ ਪਹੁੰਚੇ ਆ, ਮਾਤਾ ਜੀ ਨੂੰ ਸ਼ਰਧਾਂਜਲੀ ਦੇਣ ਦੇ ਲਈ, ਜਿਸ ਵੇਲੇ ਇਸ ਸੰਸਾਰ ਚੋਂ ਜੀਵ ਚਲਾ ਜਾਂਦਾ, ਤਿੰਨ ਪ੍ਰਕਿਰਿਆ ਦੇ ਵਿੱਚ ਹੋ ਕੇ ਗੁਜ਼ਰਨਾ ਪੈਂਦਾ। ਸਾਡੇ ਸਾਹ ਖਤਮ ਹੋ ਜਾਂਦੇ ਆ ਤੇ ਉਸ ਵੇਲੇ ਆਪਾਂ ਸਾਰਿਆਂ ਨੂੰ ਸੱਦਾ ਦਿੰਦੇ ਆ, ਸਾਡੇ ਮਾਤਾ ਜੀ ਦਾ ਦੇਹਾਂਤ ਹੋ ਗਿਆ। ਚਾਰ ਬੰਦੇ ਚੱਕ ਲੈਂਦੇ ਆ। ਸਭ ਤੋਂ ਪਹਿਲਾਂ ਆਪਾਂ ਪੁਸ਼ਪਾਂਜਲੀ ਦੇ ਦਿੰਦੇ ਆ ਮਾਤਾ ਜੀ ਨੂੰ। ਪੁਸ਼ਪਾਂਜਲੀ ਦੇ ਕੇ ਅਗਨੀ ਦੇ ਸਮਰਪਿਤ ਕਰਕੇ ਆ ਜਾਂਦੇ ਆ। ਪਹਿਲਾਂ ਪੁਸ਼ਪਾਂਜਲੀ, ਫਿਰ ਆਪਾਂ ਇੱਥੋਂ ਹਰਿਦੁਆਰ ਚਲੇ ਜਾਂਦੇ ਆ ਉਹਨਾਂ ਦੇ ਅਸਥਾਨ ਨੂੰ ਲੈ ਕੇ। ਕੀ ਕਰਦੇ ਉੱਥੇ ਜਾ ਕੇ? ਕਿ ਤਲਾਂਜਲੀ ਦੇ ਦਿੱਤੀ। ਉੱਥੇ ਆਪਾਂ ਤੇਲ ਔਰ ਜਲ ਦੀ ਚੋਲੀ ਛੱਡ ਕੇ ਉਹਨਾਂ ਨੂੰ ਸਮਰਪਿਤ ਕਰਕੇ ਆ ਜਾਂਦੇ ਆ। ਭਗਵਾਨ ਜਾਣੇ ਉਹ ਕਿੱਥੇ ਪਹੁੰਚਦੀ ਆ, ਕਿੱਥੇ ਨਹੀਂ ਪਹੁੰਚਦੀ, ਇਹ ਕਿਸੇ ਨੂੰ ਨਹੀਂ ਪਤਾ ਇਹਨਾਂ ਗੱਲਾਂ ਦਾ। ਉਸ ਤੋਂ ਬਾਅਦ ਅੱਜ ਜੋ ਆਖਰੀ ਪ੍ਰਕਿਰਿਆ ਹੈ ਜੋ ਆਪਾਂ ਇਸ ਵੇਲੇ ਕਰ ਰਹੇ, ਇਹਨੂੰ ਕਹਿੰਦੇ ਸ਼ਰਧਾਂਜਲੀ। ਅੱਜ ਆਪਾਂ ਸਾਰੇ ਮਾਤਾ ਜੀ ਨੂੰ ਸ਼ਰਧਾਂਜਲੀ ਦੇਣ ਦੇ ਲਈ ਇਕੱਠੇ ਹੋਏ ਆ। ਆਪਣੀ ਸੱਚੀ ਸ਼ਰਧਾਂਜਲੀ ਇਸ ਮਾਤਾ ਜੀ ਦੇ ਪ੍ਰਤੀ ਇਹ ਹੋਏਗੀ ਕਿ ਆਪਣੇ ਮਨ ਦੇ ਵਿੱਚ ਰਾਮ ਨਾਮ ਦਾ ਜਾਪ, ਗੁਰੂ ਮਹਾਰਾਜ ਜੀ ਦਾ ਜਾਪ ਕਰਦੇ ਹੋਏ ਮਾਤਾ ਜੀ ਨੂੰ ਸ਼ਰਧਾਂਜਲੀ ਦਿੱਤੀ ਜਾਵੇ। ਔਰ ਮੈਂ ਜ਼ਿਆਦਾ ਨਾ ਕਹਿੰਦਾ ਹੋਇਆ ਆਪਣੇ ਸ਼ਬਦਾਂ ਨੂੰ ਕਿ ਇਸ ਪਰਿਵਾਰ ਤੇ ਜੋ ਇਹ ਦੁੱਖ ਦੀ ਘੜੀ ਆਈ ਆ, ਪਰਮਾਤਮਾ ਇਹਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਤੇ ਸਾਡੀ ਮਾਤਾ ਜੀ ਨੂੰ ਸਦਾ ਆਪਣੇ ਚਰਨਾਂ ਦੇ ਵਿੱਚ ਸਥਾਨ ਦੇਵੇ। ਇਹ ਸਾਡੀ ਸੱਚੀ ਸ਼ਰਧਾਂਜਲੀ ਆ। ਸਾਡੇ ਵਿੱਚ ਬਹੁਤ ਸਾਰੇ ਸਰਪੰਚ ਸਾਹਿਬਾਨ, ਪੰਚ ਸਾਹਿਬਾਨ, ਹੋਰ ਵੀ ਸਾਡੇ ਬਹੁਤ ਬੜੇ ਲੀਡਰ ਸਾਡੇ ਵਿੱਚ ਪਹੁੰਚੇ ਆ। ਜ਼ਿਆਦਾ ਬੁਲਾਰਿਆਂ ਨੂੰ ਸਮਾਂ ਦੇਣ ਦਾ ਤਾਂ ਸਮੇਂ ਨਹੀਂ ਆ, ਪਰ ਜਿਹੜੇ ਆਏ ਆ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ। ਸਰਦਾਰ ਦਰਸ਼ਨ ਸਿੰਘ ਜੀ ਸਰਪੰਚ ਬਿਹਾਰੀਪੁਰ ਤੋਂ, ਲਾਲੀ ਸਰਪੰਚ ਬਰਿਆਮਲ ਦੋਨਾ ਤੋਂ, ਅਵਤਾਰ ਸਿੰਘ ਜੀ, ਪੀਏ ਰਾਣਾ, ਗੁਰਜੀਤ ਸਿੰਘ ਜੀ ਦੇ ਆਏ, ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ। ਸਰਪੰਚ ਕਾਲਮਾ ਦੋਨਾ ਤੋਂ ਬਲਵਿੰਦਰ ਸਿੰਘ ਜੀ ਰਾਣਾ, ਅਸੀਂ ਬਹੁਤ ਧੰਨਵਾਦੀ ਹਾਂ। ਲੰਬੜਦਾਰ ਹਰਪੇਸ਼ ਸਿੰਘ ਜੀ ਭਵਾਨੀਪੁਰ ਵਾਲੇ, ਲੰਬੜਦਾਰ ਰਾਜਕੁਮਾਰ ਦੇਲਾਵਾਲਾ, ਬਾਬਾ ਸੁਖਦੇਵ ਸਿੰਘ ਜੀ ਸੁੱਖਾ ਅਟਲਾਵਾਲੀ ਤੋਂ, ਡਾਕਟਰ ਰਣਵੀਰ ਕੌਸ਼ਲ ਚੇਅਰਮੈਨ ਬ੍ਰਾਹਮਣ ਸਭਾ ਕਪੂਰਥਲਾ, ਕੌਸ਼ਲ ਜੀ ਚੇਅਰਮੈਨ ਬ੍ਰਾਹਮਣ ਸਭਾ ਕਪੂਰਥਲਾ, ਜਗਤਾਰ ਸਿੰਘ ਜੀ ਜੱਗਾ ਤੇ ਸੁਖਦੇਵ ਸਿੰਘ ਜੀ ਉੱਚਾ ਵੇਟ, ਜਸਵੰਤ ਸਿੰਘ ਜੱਸਾ ਲੰਬੜਦਾਰ ਭਾਣੋ ਲੰਗਾ, ਸਾਬਕਾ ਸਰਪੰਚ ਸੁਖਦੇਵ ਸਿੰਘ ਜੀ ਭਾਣੋ ਲੰਗਾ, ਫਕੀਰ ਸਿੰਘ ਜੀ ਤੇ ਜਗਤਾਰ ਸਿੰਘ ਜੀ ਕਾਂਗਰਸ ਸੇਵਾ ਦਲ ਦਿਹਾਤੀ ਦੇ ਪ੍ਰਧਾਨ ਭਾਣੋ ਲੰਗਾ, ਇਹ ਸਾਰੇ ਸਾਡੇ ਵਿੱਚ ਪਹੁੰਚੇ ਆ। ਅਸੀਂ ਇਹਨਾਂ ਸੱਜਣਾ ਦੇ ਤਹਿ ਦਿਲ ਤੋਂ ਬਹੁਤ ਧੰਨਵਾਦੀ ਹਾਂ। ਇਹਨਾਂ ਦਾ ਇੱਕ ਕਦਮ ਸਾਡੇ ਸਿਰ ਮੱਥੇ ਤੇ ਬਿੱਲਾ ਭਾਜੀ ਮਜਾਦਪੁਰ ਤੋਂ, ਨਗਰਪਾਲਿਕਾ ਪ੍ਰਧਾਨ ਕੁਲਵੰਤ ਕੌਰ ਜੀ ਕਪੂਰਥਲਾ ਤੋਂ ਸਾਡੇ ਵਿੱਚ ਪਹੁੰਚੇ, ਅਸੀਂ ਬਹੁਤ ਧੰਨਵਾਦੀ ਹਾਂ ਇਹਨਾਂ ਦੇ। ਅਸ਼ੋਕ ਭਗਤ ਜੀ ਐਮਸੀ ਕਪੂਰਥਲਾ, ਸੁਖਵਿੰਦਰ ਸਿੰਘ ਜੀ ਹੈਪੀ ਐਮਸੀ ਕਪੂਰਥਲਾ, ਸਾਬਕਾ ਸਰਪੰਚ ਜਰਨੈਲ ਸਿੰਘ ਜੀ ਬਿਹਾਰੀਪੁਰ ਵਾਲੇ, ਸੋਢੀ ਭਲਾਣਾ ਸਮਾਜ ਸੇਵਕ ਸਾਡੇ ਵਿੱਚ ਪਹੁੰਚੇ, ਅਸੀਂ ਬਹੁਤ ਧੰਨਵਾਦੀ ਹਾਂ। ਜਸਵੀਰ ਸਿੰਘ ਜੱਸੀ ਸ਼ੂਗਰ ਮਿਲ ਫਗਵਾੜਾ ਵਾਲੇ ਸਾਡੇ ਵਿੱਚ ਪਹੁੰਚੇ, ਅਸੀਂ ਇਹਨਾਂ ਦੇ ਵੀ ਬਹੁਤ ਧੰਨਵਾਦੀ ਹਾਂ। ਬਲਾਕ ਸੰਮਤੀ ਮੈਂਬਰ ਬਲਵਿੰਦਰ ਸਿੰਘ ਜੀ ਭਲਾਣਾ ਤੋਂ ਸਾਡੇ ਵਿੱਚ ਪਹੁੰਚਿਆ, ਬਹੁਤ ਧੰਨਵਾਦੀ ਹਾਂ। ਪੰਡਤ ਰਾਮ ਲਾਲ ਜੀ ਭਲਾਣਾ, ਅਰਜੀ ਨਵੀਸ਼ ਕੁਮਾਰ ਜੀ ਵੀ ਸਾਡੇ ਵਿੱਚ ਆਏ ਆ, ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਹਾਂ। ਜਰਮਨ ਸਿੰਘ ਜ਼ਿਲ੍ਹਾ ਪ੍ਰੀਸ਼ਦ ਜਲੰਧਰ ਤੋਂ ਸਾਡੇ ਵਿੱਚ ਪਹੁੰਚੇ ਆ, ਅਸੀਂ ਬਹੁਤ ਧੰਨਵਾਦੀ ਹਾਂ। ਅਮਰਜੀਤ ਸਿੰਘ ਬਲਾਕ ਪ੍ਰਧਾਨ ਸੈਦੋਵਾਲ ਸਾਡੇ ਵਿੱਚ ਆਏ ਆ, ਅਸੀਂ ਇਹਨਾਂ ਦੇ ਵੀ ਬਹੁਤ ਧੰਨਵਾਦੀ ਹਾਂ। ਦੀਪੂ ਸਰਪੰਚ ਦੰਦੂਪੁਰ ਵਾਲੇ ਵੀ ਸਾਡੇ ਵਿੱਚ ਪਹੁੰਚੇ ਆ,
ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਇਹਨਾਂ ਦੇ। ਸ਼ੁਭ ਸੰਦੇਸ਼ ਇਸ ਸਭਾ ਦੇ ਵਿੱਚ ਆਏ ਆ ਸਰਦਾਰ ਨਵਜੋਤ ਸਿੰਘ ਜੀ ਸਿੱਧੂ, ਕਾਂਗਰਸ ਆਈ ਦੇ ਪ੍ਰਧਾਨ। ਉਹਨਾਂ ਨੇ ਕੁਲਵੰਤ ਰਾਏ ਭੱਲਾ ਜੀ, ਜੁਆਇੰਟ ਸੈਕਟਰੀ PPC ਕਪੂਰਥਲਾ ਤੇ ਲਾਭਚੰਦ ਜੀ ਲੰਬੜਦਾਰ ਜੀ ਨੂੰ ਸ਼ੋਕ ਸੰਦੇਸ਼ ਭੇਜਿਆ ਨਵਜੋਤ ਸਿੰਘ ਜੀ ਸਿੱਧੂ ਵੱਲੋਂ। ਹਰਿੰਦਰ ਕੁਮਾਰ ਜੀ ਕਲਿਆਣੀ ਸਾਹਿਬ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੈਕਟਰੀ, ਇਹ ਵੀ ਸਾਡੇ ਵਿੱਚ ਪਹੁੰਚੇ। ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਤੋਂ ਵੀ ਸ਼ੋਕ ਸੰਦੇਸ਼ ਸਾਡੇ ਵਿੱਚ ਆਏ ਆ ਪ੍ਰਧਾਨ ਸਰਜੀਤ ਸਿੰਘ ਜੀ ਟੁੱਟ, ਸੱਜਣਾ ਨੇ ਸ਼ੋਕ ਸੰਦੇਸ਼ ਭੇਜੇ ਆ, ਜਿਨ੍ਹਾਂ ਨੇ ਆਪਣੇ ਕੀਮਤੀ ਸਮਾਂ ਕੱਢ ਕੇ ਸਾਡੇ ਵਿੱਚ ਆਏ। ਅਸੀਂ ਇਹਨਾਂ ਸਾਰਿਆਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਹੁਣ ਮੈਂ ਸਭ ਤੋਂ ਪਹਿਲਾਂ ਬੇਨਤੀ ਕਰੂੰਗਾ ਸਾਡੇ ਰੋਸ਼ਨ ਖਹਿਰਾ ਜੀ, ਅਰਜਨ ਅਵਾਰਡੀ ਪੱਤਰਕਾਰ ਸਾਹਿਬ 2 ਮਿੰਟ ਮੰਚ ਤੇ ਆਉਣਗੇ, ਮਾਤਾ ਜੀ ਨੂੰ ਸ਼ਰਧਾਂਜਲੀ ਅਰਪਣ ਕਰਨਗੇ। ਰੋਸ਼ਨ ਖੇੜਾ ਜੀ। ਸ਼੍ਰੀ ਗੁਰੂ ਪ੍ਰਾਣ ਹਾਂਜੀ ਜੀ ਚਰਨਾਂ ਚ ਬੈਠੀ ਸਾਧ ਸੰਗਤ ਜੀ, ਅੱਜ ਆਪਾਂ ਸਾਰੇ ਹੀ ਉਸ ਮਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਬੈਠੇ ਹਾਂ, ਜਿਸ ਮਾਂ ਨੇ ਆਪਣੇ ਜੀਵਨ ਨੂੰ ਇਸ ਪਰਿਵਾਰ ਤੇ ਸਮਾਜ ਦੇ ਲਿਖੇ ਲਾਇਆ। ਮਾਂ ਦਾ ਰਿਸ਼ਤਾ ਉਹ ਬਹੁਤ ਉੱਚਾ ਤੇ ਸੱਚਾ ਹੈ, ਪਰ ਮੇਰੇ ਨਾਲ ਨਿੱਜੀ ਤੌਰ ਤੇ ਮੇਰਾ ਇੱਕ ਆਪਣਾ ਰਿਸ਼ਤਾ ਹੈ। ਉਹ ਮੇਰੀ ਮਾਂ ਤੋਂ ਵੱਡੀ ਮੇਰੀ ਮਾਸੀ। ਇਸ ਦੁਨੀਆ ਦੇ ਵਿੱਚ ਸਾਡੇ ਮਾਸਟਰ ਜੀ ਅੱਜ ਉਹਨਾਂ ਨੂੰ ਵੀ ਸ਼ਰਧਾ ਦੇ ਫੁੱਲ ਭੇਟ ਕਰਨਾ, ਕਿਉਂਕਿ ਪੰਡਿਤ ਮਹਿੰਦਰਪਾਲ ਜੀ ਸਰਪੰਚ ਸਾਹਿਬ, ਜਿਨ੍ਹਾਂ ਨੇ ਪੂਰਾ ਜੀਵਨ ਇਸ ਪਿੰਡ ਦੀ ਨੇ ਸਰਪੰਚੀ ਕੀਤੀ ਹੈ, ਉੱਥੇ ਪੂਰੇ ਇਲਾਕੇ ਦੀ ਸੇਵਾ ਕੀਤੀ ਹੈ, ਔਰ ਉਹਨਾਂ ਦੀ ਸੇਵਾ ਦੇ ਲਾਏ ਬੂਟਿਆਂ ਨੂੰ ਜੇ ਪਾਲਣ ਦਾ ਸੁਭਾਗ ਪ੍ਰਾਪਤ ਹੋਇਆ ਦੋਨਾਂ ਪੁੱਤਰਾਂ ਨੂੰ ਮਿਲਿਆ। ਤਿੰਨੇ ਪੁੱਤਰ ਆਪਣਾ ਆਪਣਾ ਕਰਮ ਸਮਰਪਿਤ ਹੈ, ਲੇਕਿਨ ਜਦੋਂ ਪਰਿਵਾਰ ਦੀਆਂ ਗੱਲਾਂ ਕਰਦੇ ਆ, ਸਾਡੇ ਮਾਸਟਰ ਜੀ ਸਰਪੰਚ ਸਾਹਿਬ ਮਹਿੰਦਰਪਾਲ ਜੀ, ਦੁਬਾਰਾ ਸਰਪੰਚ ਕੁਲਵੰਤ ਰਾਏ ਭੱਲਾ ਜੀ, ਜੋ ਪੰਜਾਬੀ ਦੇ ਉਹਦੇ ਗੀਤਕਾਰ ਵੀ ਨੇ, ਨੰਬਰਦਾਰ ਲਾਭਚੰਦ ਜੀ, ਜਿਨ੍ਹਾਂ ਨੇ ਕੇਵਲ ਤੇ ਕੇਵਲ ਪਿੰਡ ਤੱਕ ਮੌਜੂਦ ਨਹੀਂ ਰਹੇ, ਔਰ ਇਹਨਾਂ ਉਸ ਮਾਂ ਦਾ ਆਸ਼ੀਰਵਾਦ ਸੀ ਉਸ ਸਮਾਜ ਦੇ ਸੌਵਾਂ ਨੂੰ ਕਿ ਸਮਾਜ ਦੇ ਵਿੱਚ ਜੇ ਕਾਂਗਰਸ ਪਾਰਟੀ ਇਸ ਇਲਾਕੇ ਦੇ ਰਹਿਨੁਮਾ ਰਾਣਾ ਗੁਰਜੀਤ ਸਿੰਘ ਜੀ ਜੋ ਕੈਬਨਿਟ ਮੰਤਰੀ ਨੇ ਪੰਜਾਬ ਦੇ, ਉਹਨਾਂ ਨੇ ਬਲਾਕ ਸੰਮਤੀ ਦੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿੱਚ ਵੀ ਇਸ ਪਰਿਵਾਰ ਨੂੰ ਜ਼ਿੰਮੇਵਾਰੀ ਦਿੱਤੀ, ਤੇ ਉਸ ਜ਼ਿੰਮੇਵਾਰੀ ਦੇ ਵਿੱਚ ਨੂੰਹਾਂ ਦੇ ਪੋਤ ਨੂੰਹਾਂ ਮੇਰੀ ਮਾਂ ਦੀਆਂ, ਮੇਰੀ ਮਾਸੀ ਦੀ, ਉਹ ਬਲਾਕ ਸੰਮਤੀ ਮੈਂਬਰ ਵੀ ਬਣਦੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵੀ ਬਣਦੀਆਂ। ਤੇ ਮੈਂ ਵਧਾਈ ਦੇਣਾ ਮਾਸੀ ਕੋਲ ਬੈਠਾ, ਮੈਂ ਕਿਹਾ ਮਾਂ ਮਾਸੀ ਹੁਣ ਤੇ ਨੂੰਹਾਂ ਵੀ ਲੀਡਰ ਬਣ ਗਈਆਂ। ਮੈਂ ਬੜਾ ਮਜ਼ਾਕ, ਤੇ ਮੈਨੂੰ ਉਹਨਾਂ ਨੇ ਆਖਿਆ ਵੀ ਬੇਟਾ ਇਹ ਕੀ ਬਣ ਗਈਆਂ? ਮੈਂ ਕਿਹਾ ਅੱਗੇ ਪਿੰਡ ਤੱਕ ਤੇਰੇ ਪੁੱਤ ਮਜ਼ਦੂਰ ਸੀ, ਪੂਰੇ 50 ਪਿੰਡਾਂ ਤੱਕ ਚਲੇ ਗਏ, 50 ਪਿੰਡਾਂ ਤੱਕ ਸੇਵਾ ਚਲੇਗੀ। ਉਹ ਕਹਿੰਦੇ ਮੇਰੇ ਬੱਚਾ ਰੋਟੀ ਪਕਾਉਣਗੀਆਂ, ਮੇਰੇ ਪੁੱਤਰਾਂ ਨੂੰ ਰੋਟੀ ਖਵਾਉਣਗੀਆਂ ਟਾਈਮ ਨਾਲ। ਉਹਨੂੰ ਦੱਸ ਹੀ ਪਤਾ ਨਹੀਂ ਕੀ ਬਣ ਗਈ, ਤੇ ਉਹ ਮਾਂ ਦਾ ਆਸ਼ੀਰਵਾਦ ਹੀ ਸੀ। ਤੇ ਖਾਸ ਕਰਕੇ
साडा वीर नंबरदार कदे मेरे को कदे किसी होर की सेवा कर रहा, कदे किसी होर की सेवा कर रहा, कदे सुल्तानपुर का हल्का देख रहा, कदे कपूरथला, अद्धा हल्का सुल्तानपुर का, अद्धा कपूरथले का। अद्धी रात भी हो जानी तो मां नूं फिक्र हुंदा सी ते पुत्त नूं कदे फिक्र नहीं हुंदा सी मेरे घर का दरवाजा किवें होवेगा ते कौन होवेगा। मां का एक आप मुहब्बत सी। मां दे कोल लंघदा पिंड दीआं तरीमतां औरतां भी कुछ प्राप्त करदियां हासिल करदियां सी। अज असीं सारे मां दे उस प्यार तो उस मुहब्बत तो महरूम हो गए। मावां दा दर्द करदा मैं दुनिया भर दी मावां दे चरणों में अक्सर बेनतियां करता रहा। ये मावां ही हैं जिन्हां करके साडी दुनिया खूबसूरत है। जिहड़ियां मावां कारण केवल ते केवल है कि मावां किते लापरवाह हो गई। मैं अक्सर आखदा हुन्ना जिहड़ियां मावां सवेरे 4 बजे सुत्तियां उठदियां न, अमृत वेले उठदियां, गुरु वेले उठदियां, वो मावां दी औलाद दे रस्ते च कोई रुकावट ही नहीं होंदी। उन्होंने बच्चे भी, क्योंकि मैनू अपनी मां हुण नहीं रही, 2 साल हो गए, तो साडी मां ने तड़के 4 बजे चरखा कतना, सानू उठा लेना, पढ़ाउणा, असीं पढ़ना ते जीवन के किसी हक ते पक्ष नहीं रहना। तुसीं सारे उस कहानी तो वाकिफ हो, लेकिन कहानी का रस की है। जिस वेले राजा कंस नूं इस गल का ऐलान हो गया, कहते आकाशवाणी हो गई भी उसके जीवन का अंत उसके सगे भांजे ने करना है, तो वो अपनी भैन देवकी नूं बहुत प्यार करता। तो जो देखा कि मेरा अंत होना, फिर राजनीति आ जाती है। तो जो राजनीति होती उदों कोई सगा नहीं होंदा, ना कोई भरा, ना कोई भैन, ना कोई भरा, कोई भी नहीं होंदा। राजा महाराजा ने अपने बजुर्गों को जेलों डकिया, भरावां ने अपने भरावां नूं डकिया, औरंगजेब भी तुहाडे सामने दानशको दा की हालत की उसने। ते अज दी राजनीति देख लो, वो भी एक भरा किसी पासे बैठा, चबारे वाला किते बैठा, वो आपसे दुश्मनियां चल रही हैं। लेकिन राजा कंस के उत्ते भी असर से उसने अपनी भैन नूं जेल में दे दिता, ते अपने भणोईए नूं, बहनोई नूं, वासुदेव नूं भी जेल च पा दिता है। वो जेल कोयड़ी च बैठे है, दूजा बच्चा पैदा होंदा, तीजा बच्चा पैदा होंदा, और ये भी गल सी कि 8वें बच्चे ने उसकी मौत का कारण बना, तो वो पहले नूं मरदा जी, कहंदा उधरों भी 8वां हो सकता, पहला हो सकता। तो जो 4, 5, 6 बच्चे चले गए, अक्सर जो बच्चे की मौत होनी तो देवकी ने रुदन करना, देवकी ने रोना, तो वासुदेव ने कहना देवकी तू तो भलियां जानदी आ, ये लिखिया विधाता ने इस तरह तो रोनी भी क्यों हो, तू जो विधाता ने लिखिया उन्होंने चलना, तो रोना भी किहड़ी गल दा। तो देवकी ने आख्या वासुदेव मैं बिल्कुल नहीं रो रही, मैनू इस गल का पता, पर मां दियां आंदरां नूं किवें चुप करावां। मैं भी अपनी तुसीं भी गल कर सकते हैं, कदे रात पै जानी तो मावां ने बाहर बूहे ते खड़ियां रहना, बेड़का जिहड़ी ते आ गया नींद तां आउंदी है। सो मावां दा दित्ता देना कदे दे नहीं सकदे असीं, बढ़ाया सुख की घड़ी शामिल हुई, सुख वध जांदा तो दुख बढ़ाया जांदा। मैं परिवार वालों जे कोटन कोटन धन्नवाद करदा, तुसीं अपने रजेवें च ये रजेवा शामिल किया। इस मां नूं शरधा दे फुल भेट करन लई, मां कर्मां लई आ, वो लक्की है, किन्नी किस्मत वाली है। जिन्हें पूरे इलाके दी माहिरां दी हस्तियां अज नतमस्तक करन आईयां। ये वो मां की कमाई आ जिन्हें अपने पुत्रां नूं उस जोगे किया कि जिहड़े पुत्रां दी अद्धी हाक ते तुसीं हंगारा भर रहे हो। सो भाई साहब ने बहुत सारे नाम लए सन, इस शोक सुदेश आई ने एंटी टेररिस्ट फ्रंट आर्मी प्रधान ने साडे लाली भास्कर जी,
ਉਹਨਾਂ ਦੇ ਸ਼ੋਕ ਸੰਦੇਸ਼ ਆਇਆ। ਜੋ ਬ੍ਰਾਹਮਣ ਸਭਾ ਪੰਜਾਬ ਦੇ ਵੀ ਪ੍ਰਧਾਨ ਨੇ, ਕਾਲੀ ਮਾਤਾ ਮੰਦਿਰ ਪਟਿਆਲਾ ਤੋਂ ਵੀ ਸ਼ੋਕ ਸੰਦੇਸ਼ ਆਇਆ। ਅਖਿਲ ਭਾਰਤੀ ਬ੍ਰਾਹਮਣ ਸਭਾ शिव सेना बाल ठाकरे के संदीप पंडित जी आए ने, वो भी शोक संदेश दे रहे हैं। सेवक ट्रांसपोर्ट यूनियन हैगी, उन्होंने वालों भी शोक संदेश आया। इस तरह जड़ियाँ बहुत सारिया महाराज हस्तियां बैठिया ने। मैं उन्होंने जगदीप वंज अंतरराष्ट्रीय कबड्डी सरपंच गौतम मंडी में लिखा मैंने मिले ने। संदोख मल्ली जो पत्रकार ने भी साढ़े दरम्यान बैठे ने। बंटी वालिया जी, क्या हुआ, मैं चेहरा देख के क्या वालिया साढ़े बैठे ने। हरजीत वालिया जी जो लंदन होटल के मालिक ने, मीर थे आए ने। साढ़े बड़ैच साहब अमरजीत सिंह बड़ैच जो पूरा हल्का देख रहे हैं उतों। तो मैं बहुत सारे चेहरे का नाम लिया जिन्होंने नहीं लिया। कंदीप गौतम जूड़ तो मेरे नानके, साढ़े नानके जिथे बैठे ने। तो बहुत सारे होर नावां का भी जिक्र किया जा सकता। बहुत सारे ने आना। नवतेज चीमा साहब का फोन आया कि MLA सुल्तानपुर लोधी जिन्हों का बड़ा बड़ा आशीर्वाद है। उन्होंने सारे पिंडों में जत्थे भी जिला परिषद बने ने और वो भी आ रहे जो हल्का सुल्तानपुर लोधी के विधायक ने। बहुत सारे रजेवे सारे ना चल रहे हैं। उन्होंने भी शोक संदेश आया, लेकिन कोशिश कितने मैं कर रहा जल्दी आने की। मैं उन्होंने भी धन्यवाद करता है। जीवन का समझ लगती है पंडित जी बैठे ने। तो कहना सारे का मैं हार्दिक अभिनंदन करता, धन्यवाद करता। सो मैं बेनती करता कि स्टेज कतर साहब लोग के अपने कोई रहना जाए कोई शोक संदेश। बड़े सत्कार ते प्यार नाल सारे आए ने। मैं सारे का रकेश पंडित जी बैठे ने बड़े खानपान बारे धन्यवाद। ये साजी रोशन खेड़ा जी जिन्होंने बहुत ही भावभीन श्रद्धांजलि साडे माता जी के प्रति दी। असी बहुत ही धन्यवादी है इन्हां दे। परगट सिंह जी एक्स सरपंच बुआई कपूरथला तो, बलजीत कौर जी चेयरपर्सन पंचायत समिति कपूरथला साडे विच पहुंचे आ। असी बहुत बहुत धन्यवादी है इन्हां दे। होर भी सज्जन जिहड़े साडे विच आए आ। दलवीर सिंह जी नानकपुरा सीनियर मीत प्रधान कादियां, बलविंदर सिंह ब्लाक प्रधान कादियां, जसकीरत सिंह भगतपुर, जगदीप सिंह जी वंज सरपंच कड़ाल कला, साडे लंबरदार जी निर्मल सिंह जी बब्बू कालमा दोना वाले, चेयरमैन लखविंदर सिंह जी हमीरा वाले, सरपंच दरविंदर सिंह भलाईपुर, दलवीर सिंह जी सरपंच पंडाल दोना, ये भी साडे विच पहुंचे आ। असीं बहुत बहुत धन्यवादी हैं इन्हां सारे सज्जनां दे जिन्होंने इस दुख की घड़ी दे विच आके साडा साथ दिता। हुण मैं 2 मिनट बेनती करूंगा, सुरिंदर खीरा जी मंच ते आउणगे, 2 मिनट माता जी श्रद्धांजलियां देणगे। सारे बुलारियां नूं मेरी बेनती आ कि समय का जरूर ख्याल रखा जाए। ਦੀ ਹਜ਼ੂਰੀ ਚ ਬੈਠੀ ਸਾਧ ਸੰਗਤ ਜੀਓ, ਜੈ ਸ਼੍ਰੀ ਰਾਮ। ਅੱਜ ਆਪਾਂ ਸਾਰੇ ਮਾਤਾ ਰਾਜ ਰਾਣੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਇਕੱਠੇ ਹੋਏ ਹਾਂ। ਮਾਤਾ ਜੀ ਦੀ ਉਮਰ ਲਗਭਗ 90 ਸਾਲ ਸੀ। ਉਹਨਾਂ ਦੀ ਬੜੀ ਵੱਡੀ ਫਲਵਾੜੀ ਆ ਜਿਹਦੀਆਂ ਜੜ੍ਹਾਂ ਸਾਰੇ ਮੁਲਕ ਦੇ ਬਾਹਰਲੇ ਮੁਲਕਾਂ 'ਚ ਲੱਗੀਆਂ ਹੋਈਆਂ। ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਚੰਗਾ ਕਰਮ ਕਰਨ ਦਾ ਆਪਣੀ ਔਲਾਦ ਨੂੰ ਜਿਹੜਾ ਆ ਉਹ ਸੰਦੇਸ਼ ਦਿੱਤਾ। ਮੈਂ 2 ਗੱਲਾਂ ਸਾਂਝੀਆਂ ਕਰਨੀਆਂ ਤੁਹਾਡੇ ਨਾਲ। ਉਹ ਇਹ ਆਵੇ ਜਿਹੜੀ ਸ਼ਖਸੀਅਤ ਭਾਜੀ ਲਾਲ ਚੰਦ ਠਿਗੜੀ ਤੇ ਕੁਲਵੰਤ ਭੱਲਾ ਜੀ ਦੀ ਸਾਡੇ ਸਾਹਮਣੇ ਉੱਭਰਦੀ ਆ,
ਦੀ ਆ ਜਦੋਂ ਇਸ ਹਲਕੇ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਆਸ਼ਰਮ ਆ, ਜਿਹੜਾ ਬੜੇ ਮਹਾਨ ਦੇਸ਼ ਭਗਤ ਸਵਾਮੀ ਪ੍ਰਕਾਸ਼ਾਨੰਦ ਉਹਨਾਂ ਨੇ ਸਥਾਪਿਤ ਕੀਤਾ, ਸੰਨਿਆਸ ਆਸ਼ਰਮ, ਜਦੋਂ ਉਹਨਾਂ ਤੇ ਉਸ ਆਸ਼ਰਮ ਤੇ ਭੀੜ ਪਈ ਔਰ ਜਿਸ ਢੰਗ ਨਾਲ ਜਿਹੜਾ ਆ ਉਹ ਭਾਜੀ ਲਾਭ ਚੰਦ ਤੇ ਕੁਲਵੰਤ ਉਹਨਾਂ ਨੇ ਉਸ ਆਸ਼ਰਮ ਦੀ ਰੱਖਿਆ ਕੀਤੀ, ਉਹਦੇ ਲਈ ਕੁਰਬਾਨੀ ਕੀਤੀ, 307 ਦੇ ਪਰਚੇ ਝੱਲੇ। ਉਦੋਂ ਅਕਾਲੀ ਸਰਕਾਰ ਸੀ, ਮੈਨੂੰ ਪਤਾ, ਔਰ ਜਿਹੜਾ ਲੜਨ ਦਾ ਜਜ਼ਬਾ ਇਹਨਾਂ ਨੇ ਦਿਖਾਇਆ ਉਹ ਆਪਣੇ ਆਪ ਦੇ ਵਿੱਚ ਨਿਵੇਕਲਾ ਸੀ। ਮੈਨੂੰ ਅਜੇ ਤਾਈਂ ਉਹ ਪ੍ਰਭਾਵਿਤ ਕਰਦਾ ਜਦ ਮੈਂ ਦੇਖਦਾ, ਕਿਉਂਕਿ ਮਾਤਾ ਜੀ ਦੀ ਇਸ ਡੇਰੇ 'ਚ, ਸਵਾਮੀ ਪ੍ਰਕਾਸ਼ਾਨੰਦ ਦੇ ਡੇਰੇ 'ਚ ਬੜੀ ਆਸਥਾ ਸੀ। ਮੇਰਾ ਖਿਆਲ ਹੈ ਵੀ ਉਹਦੀ ਜਿਹੜਾ ਇਹਨਾਂ ਨੇ ਕੰਮ ਕੀਤਾ ਉਹ ਮਾਤਾ ਜੀ ਦੀ ਪ੍ਰੇਰਣਾ ਨਾਲ ਕੀਤਾ। ਆ ਹੁਣ 6 ਮਹੀਨਿਆਂ ਦੀ ਗੱਲ ਆ, 6 ਮਹੀਨੇ ਸੀ ਤੇ ਮੈਨੂੰ ਮੇਰੀ ਵਾਈਫ ਨੇ ਕਿਹਾ ਵੀ ਏਦਾਂ ਕਰਕੇ ਜੱਲੋਵਾਲ ਇੱਕ ਡਾਕਟਰ ਆ ਤੇ ਘਰ ਆ ਕੇ ਕਿਹਾ ਵੀ ਏਦਾਂ ਕਰਕੇ ਜੱਲੋਵਾਲ ਇੱਕ ਡਾਕਟਰ ਆ, ਮੁੰਡਾ ਪੰਡਤਾਂ ਦਾ ਮੁੰਡਾ ਉਹ, ਤੇ ਕਾਲਾ ਸੰਘਿਆਂ ਤੋਂ ਕੰਮ ਕਰਨ ਜਾਂਦਾ, ਤੇ ਜਿਹੜੇ ਪਿੰਡ ਦੇ ਮੋਹਤਬਾਰ ਬੰਦੇ ਆ ਉਹਨੂੰ ਉਜਾੜਨਾ ਚਾਹੁੰਦੇ ਆ। ਮੇਰੇ ਮਨ ਚ ਆਈ ਵੀ ਕਿੱਦਾਂ ਕਰੀਏ ਗੱਲ। ਮੈਂ ਉਹਨੂੰ ਕਿਹਾ ਵੀ ਤੂੰ ਗੱਡੀ 'ਚ ਜਾਣਾ, ਏਦਾਂ ਕਰਕੇ ਉੱਥੇ ਭੱਲੇ ਭਾਜੀ ਦੀ ਡੈਰੀ ਆ ਕਾਲਾ ਸੰਘਿਆ, ਤੇ ਤੂੰ ਜਾਂਦੀ ਜਾਂਦੀ ਉਹਨੂੰ ਮਿਲ ਜੇ। ਤੇ ਨੀਰਮ ਨੇ ਮੈਨੂੰ ਦੱਸਿਆ ਵੀ ਮੈਂ ਭਾਜੀ ਨੂੰ ਮਿਲੀ ਆ, ਉਹ ਕਹਿੰਦੀ ਮੈਂ ਮਿਲਦਾ ਜਾ ਕੇ। ਤੇ ਜਦੋਂ ਅਸੀਂ ਦੇਖਿਆ ਜਿਹੜਾ ਮੌਜੂਦਾ ਜਿਹੜਾ ਕੈਬਨਿਟ ਮਿਨਿਸਟਰ ਆ ਇਸ ਹਲਕੇ ਦੇ, ਉਹਨਾਂ ਦੀ ਵੀ ਆਪਣੀ ਸੇਵਾ, ਉਹਦੇ ਜਿਹੜੇ ਸੀ ਥੱਲੇ ਜਿਹੜੇ ਕੰਮ ਕਰਨ ਵਾਲੇ ਬੰਦੇ ਕਾਂਗਰਸ ਦੇ ਮੂਹਰੇ ਆਗੂ ਹੋਣਗੇ, ਉਹ ਕਹਿੰਦੇ ਵੀ ਨਹੀਂ ਇਹਦੀ ਦੁਕਾਨ ਨਹੀਂ ਰਹਿਣ ਦੇਣੀ, ਵੀ ਜੇ ਘੱਟ ਗਿਣਤੀ ਦੇ ਬੰਦਿਆਂ ਨੂੰ ਤੁਸੀਂ ਉਜਾੜਨਾ ਏਦਾਂ ਤੇ ਅਸੀਂ ਉੱਜਣ ਨਹੀਂ ਦੇਣਾ। ਉੱਥੇ ਲਾਵਾਂਗੇ ਧਰਨਾ, ਕਾਲਾ ਸੰਘਿਆ ਚੌਂਕੀ ਘੇਰਾਂਗੇ, ਫੇਰ ਦੱਸਾਂਗੇ ਵੀ ਤੁਸੀਂ ਕੀ ਕਰਦੇ ਤੇ ਅਸੀਂ ਕੀ ਕਰਦੇ। ਮੈਂ ਹੈਰਾਨ ਆ ਵੀ ਕੈਬਨਿਟ ਮੰਤਰੀ ਨੂੰ ਵੀ ਮੁੜਨਾ ਪਿਆ ਤੇ ਉੱਥੇ ਸੱਦ ਕੇ ਸਮਝੌਤਾ ਕਰਾਇਆ। ਇਹ ਜਿਹੜੀ ਮੈਂ ਦੋ ਗੱਲਾਂ, ਕਿਉਂਕਿ ਮੈਂ ਆਪ ਲੜਨ ਵਾਲਿਆਂ ਦਾ, ਜਿਹੜੇ ਲੋਕ ਲੜਦੇ ਆ, ਜਿਹੜੇ ਇਸ ਗੱਲ 'ਚ ਯਕੀਨ ਰੱਖਦੇ ਆ ਵੀ ਲੜਿਆ ਮਸਲੇ ਹੱਲ ਹੁੰਦੇ ਆ, ਇਹ ਠੀਕ ਆ ਵੀ ਵੋਟਾਂ ਵੀ ਨਾਲ ਹੀ ਆ। ਤੇ ਮੈਂ ਆਪਣੀ ਉਸ ਮਾਤਾ ਨੂੰ, ਆਪਣੀ ਮਾਪੀ ਨੂੰ ਚੇਤਾ ਕਰਦਾ ਰਿਹਾ, ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ। ਸਾਰਿਆਂ ਦਾ ਧੰਨਵਾਦ। ਜੈ ਸ਼੍ਰੀ ਰਾਮ। ਸਾਡੇ ਵਿੱਚ ਹੋਰ ਵੀ ਬਹੁਤ ਸਾਰੇ ਸੱਜਣ ਪਹੁੰਚੇ ਆ। ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਜ਼ਿਲ੍ਹਾ ਕਪੂਰਥਲਾ ਹਰਜੀਤ ਸਿੰਘ ਜੀ ਵਾਲੀਆ ਸਾਹਿਬ ਸਾਡੇ ਵਿੱਚ ਆਏ ਆ, ਅਸੀਂ ਉਹਨਾਂ ਦੇ ਵੀ ਬਹੁਤ ਬਹੁਤ ਧੰਨਵਾਦੀ ਹਾਂ। ਹੁਣ ਮੈਂ ਬੇਨਤੀ ਕਰੂੰਗਾ ਵਿਧਾਇਕ ਮਨਪ੍ਰੀਤ ਸਿੰਘ ਜੀ ਚੀਮਾ ਸਾਹਿਬ, 2 ਮਿੰਟ ਮੰਚ ਤੇ ਆਉਣਗੇ। ਚੀਮਾ ਸਾਹਿਬ। ਔਰ ਇਹ ਸਾਡਾ ਪਰਿਵਾਰ ਜਿੱਦਾਂ ਮੇਰੇ ਤੋਂ ਪਹਿਲਾਂ ਬੋਲਦਿਆਂ ਦੱਸਿਆ ਗਿਆ, ਲਾਭ ਚੰਦ ਚਿਗਲੀ ਜੀ ਤੇ ਕੁਲਵੰਤ ਜੀ ਬੜਾ ਇਲਾਕੇ ਦਾ, ਜ਼ਿਲ੍ਹੇ ਦਾ ਮੈਂ ਕਹਿ ਸਕਦਾ ਬੜਾ ਵਧੀਆ ਪਰਿਵਾਰ। ਔਰ ਜਿੱਦਾਂ ਦੱਸਿਆ ਵੀ ਲੜਾਈ ਜਿਹੜੀ ਆ ਉਹ ਲੜਾਈ ਲੜ ਕੇ ਲੋਕਾਂ ਨੂੰ ਇਨਸਾਫ ਦਿਵਾਉਣ ਵਾਲਾ ਪਰਿਵਾਰ ਆ। ਇਹ ਸਿੱਖਿਆ ਜਿਹੜੀ ਮਾਤਾ ਜੀ ਦੀ, ਮਾਂ ਦੀ, ਪਿਓ ਦੀ ਸਿੱਖਿਆ ਨਾਲ ਹੀ ਬੱਚਿਆਂ ਨੂੰ ਜੋ ਵੀ ਸੰਸਕਾਰ ਆਉਂਦੇ ਆ ਉਹ ਬੱਚਿਆਂ ਨੂੰ ਮਾਤਾ ਪਿਤਾ ਤੋਂ ਹੀ ਆਉਂਦੇ ਆ। ਇਹ ਅੱਜ ਮੈਂ ਸਮਝਦਾ ਵੀ ਇਸ ਪਰਿਵਾਰ ਦੇ ਵਿੱਚ ਜਿੱਦਾਂ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਆਏ ਆ, ਉਹਨਾਂ ਦਾ ਧੰਨਵਾਦ। ਉੱਥੇ ਹੀ ਆਉਂਦੇ ਆ ਜਿੱਥੇ ਬੰਦਾ ਜਿਹੜਾ ਆ ਸੱਚ ਤੇ ਪਹਿਰਾ ਦੇਣ ਵਾਲਾ ਹੋਵੇ ਤੇ ਲੜਾਈ ਲੜਨ ਵਾਲਾ ਹੋਵੇ ਸੱਚੇ ਦੀ। ਇਸ ਪਰਿਵਾਰ ਨੇ ਪੂਰੇ ਇਲਾਕੇ ਦੇ ਵਿੱਚ ਜਿਹੜਾ ਉਹ ਲੜਾਈ ਲੜ ਕੇ, ਔਰ ਮੈਂ ਸਮਝਦਾ ਗਾਂ ਵੀ ਬੜਾ ਵਧੀਆ ਕੰਮ ਕਰ ਰਿਹਾ ਆ। ਔਰ ਮੇਰੇ ਏਰੀਆ ਦੇ ਵਿੱਚ ਵੀ ਇਹਨਾਂ ਦਾ ਹਿੱਸਾ ਪੈਂਦਾ, ਜ਼ਿਲ੍ਹਾ ਪ੍ਰੀਸ਼ਦ ਦਾ, ਜਿਹਦੇ ਵਿੱਚ ਇਹ ਉਸ ਪਿੰਡਾਂ 'ਚ ਵੀ ਕੰਮ ਕਰਦੇ ਆ ਤੇ ਕਪੂਰਥਲੇ 'ਚ ਵੀ ਕੰਮ ਕਰਦੇ ਆ। ਤਾਂ ਸਾਡੇ
ਸਾਹਿਬ ਬੈਠੇ ਆ, ਇਹਨਾਂ ਨੂੰ ਪਤਾ ਅੱਜ ਸਿਗਲੀ ਸਾਹਿਬ ਦੀ ਮੈਂ ਕਹਿ ਸਕਦਾ ਵੀ ਜ਼ਿਲ੍ਹੇ ਦੇ ਵਿੱਚ ਇੰਨੀ ਬਣੀ ਆ ਵੀ ਹਰ ਬੰਦਾ ਔਰ ਇੰਨਾ ਵੱਡਾ ਜ਼ਿਲ੍ਹਾ ਆ ਵੀ ਹਰ ਬੰਦੇ ਦੇ ਨਾਲ ਜਾਂਦੇ ਆ, ਹਰ ਬੰਦੇ ਦਾ ਕੰਮ ਕਰਦੇ ਆ ਔਰ ਹਰ ਦੀ ਸੁਣਦੇ ਆ। ਇਹ ਮਾਤਾ ਜੀ ਦੇ ਸੰਸਕਾਰ ਕਰਕੇ ਹੀ ਜਿਹੜਾ ਇਹਨਾਂ ਦੇ ਵਿੱਚ ਗੁਣ ਆਏ ਆ। ਤੇ ਮੈਂ ਨਵਜੋਤ ਸਿੰਘ ਸਿੱਧੂ ਜੀ ਸਾਡੇ ਪ੍ਰਧਾਨ ਪੰਜਾਬ ਕਾਂਗਰਸ ਦੇ, ਉਹਨਾਂ ਨੇ ਵੀ ਸ਼ੋਕ ਸੰਦੇਸ਼ ਭੇਜਿਆ ਭੱਲਾ ਜੀ ਦੇ ਨਾਂ ਤੇ ਔਰ ਸਿਗਲੀ ਸਾਹਿਬ ਦੇ ਨਾਂ ਤੇ, ਉਹ ਵੀ ਮੈਂ ਪਰਿਵਾਰ ਨੂੰ ਕਹੂੰਗਾ ਪਰਿਵਾਰ ਨੂੰ ਦੇ ਦਿੱਤਾ ਜਾਵੇ। ਤਾਂ ਮੈਂ ਆਪਣੇ ਵੱਲੋਂ ਤੇ ਪਾਰਟੀ ਵੱਲੋਂ ਪਰਿਵਾਰ ਵੱਲੋਂ ਇਸ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਜਿਹੜਾ ਉਹ ਪਰਮਾਤਮਾ ਅੱਗੇ ਆਪਾਂ ਅਰਦਾਸ ਕਰਦੇ ਹਾਂ ਵੀ ਮਾਤਾ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਸਥਾਨ ਬਖਸ਼ਿਓ, ਪਿੱਛੋਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਓ। ਜੈ ਸ਼੍ਰੀ ਰਾਮ। ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਚੀਮਾ ਸਾਹਿਬ। ਅੱਜ ਵੋਟਾਂ ਚੱਲ ਰਹੀਆਂ ਆ, ਤੁਸੀਂ ਬਹੁਤ ਹੀ ਵਿਜयी ਹੋ, ਬਹੁਤ ਬਿਜ਼ੀ ਚੱਲ ਰਹੇ ਆ, ਉਸ ਟਾਈਮ ਕੱਢ ਕੇ ਅਸੀਂ ਤੁਹਾਡੇ ਬਹੁਤ ਬਹੁਤ ਧੰਨਵਾਦੀ ਹਾਂ। ਹੁਣ ਮੈਂ ਬੇਨਤੀ ਕਰੂੰਗਾ ਸ਼੍ਰੀ ਲਾਲੀ ਭਾਸਕਰ ਜੀ ਪੰਜਾਬ ਪ੍ਰਧਾਨ ਬ੍ਰਾਹਮਣ ਸਭਾ ਕਪੂਰਥਲਾ 2 ਮਿੰਟ ਲਈ ਮੰਚ ਤੇ ਆਉਣਗੇ। ਲਾਲੀ ਭਾਸਕਰ ਜੀ ਦੇ ਵਿੱਚ ਮਾਤਾ ਜੀ ਦੀ ਅੰਤਮ ਅਰਦਾਸ ਦੇ ਵਿੱਚ ਜੁੜ ਬੈਠੇ ਸਾਰੇ ਹੀ ਸਤਿਕਾਰਯੋਗ ਸ਼ਖਸੀਅਤਾਂ ਨੂੰ ਜੈ ਸ਼੍ਰੀ ਰਾਮ। ਮੈਂ ਕਹਿੰਦਾ ਅੱਜ ਜਿੱਥੇ ਮਾਤਾ ਜੀ ਦੇ ਜਾਣ ਨਾਲ ਪਰਿਵਾਰ ਨੂੰ ਘਾਟਾ ਪਿਆ ਹੈ, ਉੱਥੇ ਪੂਰੇ ਸਮਾਜ ਨੂੰ ਹੀ ਬਹੁਤ ਜ਼ਿਆਦਾ ਘਾਟਾ ਪਿਆ ਹੈ, ਕਿਉਂਕਿ ਮਾਤਾ ਜੀ ਨਹੀਂ ਗਏ। ਮੈਂ ਕਹਿੰਦਾ ਸੰਸਕਾਰਾਂ ਦੀ ਬੇਲ ਚਲੀ ਗਈ, ਕਿਉਂਕਿ ਸੰਸਕਾਰਾਂ ਦੀ ਬੇਲ ਜੋ ਉਹਨਾਂ ਨੇ ਬਣਾਈ, ਲਾਭਚੰਦ ਸਿਗਲੀ ਜੀ, ਭੱਲਾ ਜੀ, ਸੋਨੂ ਸ਼ਰਮਾ ਜੀ, ਆਪਣੇ ਸਾਰੇ ਪਰਿਵਾਰ ਨੂੰ ਜੋ ਅੱਛੇ ਸੰਸਕਾਰ ਦਿੱਤੇ, ਉਹਨਾਂ ਦੀ ਬਦੌਲਤ ਹੀ ਅੱਜ ਲਾਭਚੰਦ ਜੀ ਦਾ ਪਰਿਵਾਰ ਉਹਨਾਂ ਦੇ ਆਸ਼ੀਰਵਾਦ ਦੇ ਸਦਕਾ ਹੀ ਪੂਰੇ ਇਲਾਕੇ ਦੇ ਵਿੱਚ ਵਿਚਰ ਰਿਹਾ ਹੈ। ਬਾਕੀ ਸਾਡੇ ਬਾਗਾਂ ਦਾ ਮਾਲੀ ਉਹ ਹੈ, ਉਹ ਭਾਵੇਂ ਛੋਟਾ ਫੁੱਲ ਤੋੜ ਲਵੇ ਭਾਵੇਂ ਵੱਡਾ ਫੁੱਲ ਤੋੜ ਲਵੇ, ਬਸ ਇੰਨੀ ਕਹਿੰਦਾ ਹੋਇਆ ਆਪਣੇ ਗਰੁੱਪ ਵੱਲੋਂ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਾ ਹਾਂ ਅਤੇ ਸੱਚੇ ਪਾਤਸ਼ਾਹ ਕੋਲ ਮਰੇ ਇਹੀ ਬੇਨਤੀ ਕਰਦਾ ਹਾਂ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਵਾਸਾ ਦੇਵੇ, ਪਿੱਛੇ ਪਰਿਵਾਰ ਨੂੰ ਤੇ ਸਮਾਜ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਲਾਈਟ ਬੰਦ ਹੋ ਗਈ ਨਾ, ਮਾਤਾ ਜੀ ਨੂੰ ਸ਼ਰਧਾਂਜਲੀਆਂ ਦੇਣਗੇ ਬਲੇਰ ਖਾਨਪੁਰ ਤੋਂ ਜਸਵੀਰ ਸਿੰਘ ਜੀ ਟੋਹਲ। ਆਏ ਕੱਲੇ ਆਵੇ ਨਾਨਕਾ ਸੱਦੇ ਉੱਠ ਜਾਏ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਗੁਰਬਾਣੀ ਦੇ ਇਹਨਾਂ ਮਹਾਵਾਕਾਂ ਅਨੁਸਾਰ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਇਸ ਪਰਿਵਾਰ ਦੀ ਜਨਮਦਾਤੀ ਬੀਬੀ ਰਾਜ ਰਾਣੀ ਜੀ, ਜੋ ਕੁਝ ਦਿਨ ਪਹਿਲਾਂ ਉਸ ਅਕਾਲ ਪੁਰਖ ਵੱਲੋਂ ਬਖਸ਼ਿਸ਼ ਕੀਤੀ ਹੋਈ ਸਵਾਸਾਂ ਰੂਪੀ ਪੂੰਜੀ ਨੂੰ ਭੋਗਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਰਾਜੇ ਸਨ। ਉਹਨਾਂ ਦੀ ਆਤਮਿਕ ਸ਼ਾਂਤੀ ਦੇ ਲਈ ਗੁਰੂ ਪ੍ਰਾਣ ਪਾਠ ਦੇ ਭੋਗ ਉਪਰੰਤ ਇਸ ਸ਼ਰਧਾਂਜਲੀ ਸਮਾਗਮ ਦੇ ਵਿੱਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਦੇ ਇੱਕ ਛੋਟੇ ਅੱਖਰ ਮ ਤੋਂ ਬਣਿਆ ਹੋਇਆ ਅੱਖਰ ਮਾਂ, ਜਿਹਦਾ ਸਾਡੇ ਸਮਾਜ ਦੇ ਵਿੱਚ ਬਹੁਤ ਵੱਡਾ ਮਹੱਤਵ ਹੈ। ਮਾਂ ਦਾ ਦੇਣਾ ਸਾਰੀ ਉਮਰ ਇਨਸਾਨ ਨਹੀਂ ਭੁੱਲ ਸਕਦਾ। ਪ੍ਰੋਫੈਸਰ ਮੋਹਨ ਸਿੰਘ ਨੇ ਲਿਖਿਆ, ਮਾਂ ਜਿਹਾ ਘਣ ਛਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨ ਆਏ, ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸੁਰਗ ਬਣਾਏ। ਬਾਕੀ ਕੁੱਲ ਦੁਨੀਆ ਦੇ ਬੂਟੇ ਜੜ ਸੁੱਕਿਆਂ ਮਰ ਜਾਵਣ, ਐ ਪਰ ਫੁੱਲਾਂ ਦੇ ਕਮਲਾਇਆਂ ਇਹ ਬੂਟਾ ਸੁੱਕ ਜਾਏ। ਮਾਂ ਦਾ ਆਪਣੇ ਪਰਿਵਾਰ ਪ੍ਰਤੀ, ਆਪਣੇ ਸੰਬੰਧੀਆਂ ਪ੍ਰਤੀ ਇਤਨਾ ਕੁ ਪਿਆਰ ਹੁੰਦਾ ਹੈ ਕਿ ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਬਾਦਸ਼ਾਹ ਅਕਬਰ ਬਹੁਤ ਸੂਝਵਾਨ ਰਾਜਾ ਸੀ। ਉਹਦੇ ਦਰਬਾਰ ਦੇ ਵਿੱਚ ਜਿਹੜਾ ਉਹਦਾ ਵਜ਼ੀਰ ਸੀ ਬੀਰਬਲ, ਉਹਦੀ ਸਮਝ ਤੋਂ ਉਹ ਬੰਦਾ ਇੰਨਾ ਕਾਇਲ ਹੋਇਆ ਕਿ ਉਹਨੇ ਬੀਰਬਲ ਨੂੰ ਕਿਹਾ, ਮੈਂ ਤੇਰੀ ਮਾਤਾ ਦੇ ਦਰਸ਼ਨ ਕਰਨੇ ਚਾਹੁੰਦਾ ਹਾਂ, ਮੈਂ ਤੇਰੀ ਮਾਤਾ ਨੂੰ ਵੇਖਣਾ ਚਾਹੁੰਦਾ। ਬੀਰਬਲ ਦੀ ਜਿਹੜੀ ਮਾਤਾ ਸੀ ਉਹ ਥੋੜੀ ਸਾਂਵਲੇ ਰੰਗ ਦੀ ਸੀ। ਬੀਰਬਲ ਨੇ ਸੋਚਿਆ ਸ਼ਾਇਦ ਕੋਈ ਮੇਰੇ ਕੋ ਗਲਤੀ ਹੋ ਗਈ ਹੋਊਗੀ ਕਿ ਬਾਦਸ਼ਾਹ ਕਹਿੰਦਾ ਮੈਂ ਤੇਰੀ ਮਾਤਾ ਨੂੰ ਮਿਲਣਾ। ਉਹਨੇ 1-2 ਦਿਨ ਅੱਜ ਭੱਜ ਮਾਰੇ, ਬਾਦਸ਼ਾਹ ਜੀ ਮਾਤਾ ਘਰ ਨਹੀਂ ਹੈ।
ਉਹ ਰਿਸ਼ਤੇਦਾਰਾਂ ਦੇ ਗਈ ਆ। ਇੱਧਰੋਂ 2-3 ਦਿਨ ਲੰਘ ਗਏ। ਚੌਥੇ ਦਿਨ ਜਦੋਂ ਬੀਰਬਲ ਫਿਰ ਦਰਬਾਰ ਦੇ ਵਿੱਚ ਆਇਆ ਤਾਂ ਅਕਬਰ ਨੇ ਕਿਹਾ, ਬੀਰਬਲ ਸਾਹਿਬ ਤੁਹਾਨੂੰ ਮੈਂ ਕਿਹਾ ਸੀ ਆਪਣੀ ਮਾਤਾ ਨੂੰ ਨਾਲ ਲੈ ਕੇ ਆਉਣਾ, ਹੁਣੇ ਵਾਪਸ ਜਾ, ਆਪਣੀ ਮਾਤਾ ਨੂੰ ਨਾਲ ਲੈ ਕੇ ਆ। ਬੀਰਬਲ ਗਿਆ ਘਰ, ਆਪਣੀ ਮਾਤਾ ਨੂੰ ਉਹਨੇ ਦੱਸਿਆ ਕਿ ਬਾਦਸ਼ਾਹ ਸਲਾਮਤ ਤੁਹਾਨੂੰ ਮਿਲਣਾ ਚਾਹੁੰਦੇ ਆ। ਬੀਰਬਲ ਦੀ ਜਿਹੜੀ ਮਾਂ ਸੀ ਉਹ ਬੜੀ ਸਿਆਣੀ ਸੀ। ਉਹਨੇ ਆਪਣਾ ਜਿਹੜਾ ਸਾਰਾ ਸਰੀਰ ਸੀ ਆਪਣੇ ਸਾੜੂ ਦੇ ਪੱਲੂ ਦੇ ਨਾਲ ਪੂਰੀ ਤਰ੍ਹਾਂ ਕੱਜ ਲਿਆ। ਜਦੋਂ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਪਹੁੰਚੀ ਤਾਂ ਬਾਦਸ਼ਾਹ ਅਕਬਰ ਅੱਗਿਓਂ ਕਹਿਣ ਲੱਗਾ, ਮਾਤਾ ਮੈਂ ਤੇ ਤੈਨੂੰ ਇਸ ਕਰਕੇ ਸੱਦਿਆ ਸੀ ਕਿ ਤੇਰਾ ਪੁੱਤਰ ਬੜਾ ਸਿਆਣਾ ਹੈ, ਮੈਂ ਤੇਰਾ ਮੁਖ ਵੇਖਣਾ ਚਾਹੁੰਦਾ ਆ। ਤਾਂ ਅੱਗੋਂ ਮਾਤਾ ਜਿਹੜੀ ਉਹ ਬੀਰਬਲ ਨੂੰ ਵੀ ਜ਼ਿਆਦਾ ਸਿਆਣੀ ਸੀ। ਉਹ ਕਹਿਣ ਲੱਗੀ, ਬੇਟਾ ਮਾਂ ਦਾ ਮੁਖ ਨਹੀਂ ਵੇਖੀਦਾ, ਮਾਂ ਦੀ ਕੁੱਖ ਵੇਖੀ ਆ ਜਿੱਥੋਂ ਇਹ ਲਾਲ ਪੈਦਾ ਹੋਇਆ ਵਾ। ਸੋ ਇਹ ਭਾਗਾਂ ਵਾਲੀ ਕੁੱਖ ਸੀ ਮਾਤਾ ਜੀ, ਜਿੱਥੇ ਇਦਾਂ ਦੇ ਹੀਰੇ ਬੱਚੇ ਪੈਦਾ ਹੋਏ ਆ ਜਿਨ੍ਹਾਂ ਨੇ ਸਮਾਜ 'ਚ, ਧਰਮ 'ਚ, ਇਲਾਕੇ 'ਚ ਆਪਣਾ ਨਾਮ ਜਿਹੜਾ ਪੈਦਾ ਕੀਤਾ ਆ। ਮੈਂ ਆਪ ਜੀ ਦਾ ਬਹੁਤ ਸਮਾਂ ਨਹੀਂ ਲੈਣਾ। ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਬੇਨਤੀ ਕਰਦੇ ਹੋਏ ਕਿ ਸੱਚੇ ਪਾਤਸ਼ਾਹ ਜੀ, ਇਹ ਜੋ ਜੀਵ ਆਤਮਾ ਬੀਬੀ ਰਾਜ ਰਾਣੀ ਦੇ ਰੂਪ ਦੇ ਵਿੱਚ ਆਪ ਜੀ ਦੇ ਚਰਨਾਂ ਦੇ ਵਿੱਚ ਪਹੁੰਚ ਚੁੱਕੀ ਹੈ, ਇਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਜਗ੍ਹਾ ਬਖਸ਼ੋ ਤੇ ਪਿੱਛੇ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਸਕੇ ਸੰਬੰਧੀਆਂ ਨੂੰ ਇਸ ਭਾਣੇ ਨੂੰ ਮੰਨਣ ਤੇ ਸਹਿਣ ਦਾ ਬਲ ਬਖਸ਼ੋ। ਇਹਨਾਂ ਕੁਝ ਕਹਿੰਦੇ 10 ਕਿਮਾਂ ਦਾ ਜਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਬੇਨਤੀ ਕਰੂੰਗਾ ਰਾਜਵੰਸ਼ ਕੌਰ ਜੀ ਰਾਣਾ 2 ਮਿੰਟ ਮੰਚ ਤੇ ਆਉਣਗੇ, ਮਾਤਾ ਜੀ ਨੂੰ ਸ਼ਰਧਾਂਜਲੀ ਦੇਣਗੇ। ਮਹਾਰਾਜ ਦੀ ਹਜ਼ੂਰੀ ਵਿੱਚ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬੜੇ ਹੀ ਸਤਿਕਾਰਯੋਗ ਪੂਜਨੀय ਮਾਤਾ ਜੀ ਜੋ ਕਿ ਅੱਜ ਸਾਡੇ ਵਿੱਚ ਨਹੀਂ ਰਹੇ, ਅੱਜ ਤੁਸੀਂ ਜਿਹੜੇ ਇੱਥੇ ਆ ਕੇ ਸਾਡੇ ਨਾਲ ਅੱਜ ਪਰਿਵਾਰ ਦੇ ਨਾਲ ਦੁੱਖ ਵਡਾਇਆ ਤੇ ਨਾਲ ਹੀ ਮੇਰੇ ਵੀਰ ਉਹਨਾਂ ਦੇ ਪੁੱਤਰ ਮਾਤਾ ਜੀ ਦੇ ਲਾਭ ਸਿੰਘ ਜੀ, ਚੰਦ ਜੀ ਤੇ ਕੁਲਵੰਤ ਸਿੰਘ ਜੀ ਹੋਣੀ, ਜਿਹੜੇ ਕਿ ਰਾਜਨੀਤੀ ਖੇਤਰ ਵਿੱਚ ਵੀ ਬੁਲੰਦੀਆਂ ਨੂੰ ਛੂੰਹਦੇ ਆ ਤੇ ਸਮਾਜਿਕ ਖੇਤਰ ਵਿੱਚ ਵੀ। ਇਹ ਸਾਰੀ ਦੇਣ ਜਿਹੜੀ ਸੀਗੀ ਉਹ ਮਾਤਾ ਜੀ ਦੀ ਸੀਗੀ, ਕਿਉਂਕਿ ਮਾਤਾ ਜੀ ਨੂੰ ਮੈਂ 22 ਸਾਲ ਤੋਂ ਉਹਨਾਂ ਨੂੰ ਦੇਖਿਆ। ਛੋਟੇ ਛੋਟੇ ਜੋ ਇਹਨਾਂ ਦੇ ਬੱਚੇ ਸੀਗੇ ਉਹਨਾਂ ਨੇ ਵੀ ਇੰਨਾ ਪਿਆਰ ਦਿੰਦੇ ਸੀਗੇ ਜਿੱਦਾਂ ਕਿ ਆਪਣੇ ਬੱਚਿਆਂ ਵਾਂਗੂ ਸਾਨੂੰ ਪਿਆਰ ਦਿੱਤਾ। ਤੇ ਮੈਂ ਉਹਨਾਂ ਨੂੰ ਆਪਣੇ ਪਿੱਛੇ ਇੱਕ ਹੱਸਦੀ ਖੇਡਦੀ ਫੁਲਵਾੜੀ ਛੱਡ ਕੇ ਗਏ ਆ। ਇਹ ਫੁਲਵਾੜੀ ਜਿਹੜੀ ਆ ਇਸੇ ਤਰ੍ਹਾਂ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਤੇ ਇਦਾਂ ਹੀ ਆਪਣੀ ਮਹਿਕ, ਜਿੱਦਾਂ ਮਾਤਾ ਜੀ ਨੇ ਇਹਨਾਂ ਨੂੰ ਮਹਿਕ ਦਿੱਤੀ ਆ, ਇਦਾਂ ਹੀ ਇਹ ਮਹਿਕ ਆਪਣੇ ਸਾਰੇ ਇਲਾਕੇ ਦੇ ਵਿੱਚ, ਕੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਮਾਤਾ ਜੀ ਦੇ ਰਿਸ਼ਤੇਦਾਰ ਆ ਉੱਥੇ ਉੱਥੇ ਫੈਲਾਉਣ। ਜਿਨ੍ਹਾਂ ਨੇ ਮਾਤਾ ਜੀ ਨੇ ਦੇ ਨਾਲ, ਜਿਨ੍ਹਾਂ ਨੇ ਪੋਤੇ ਦੋਤਿਆਂ ਨੇ, ਆਪਣਿਆਂ ਨੇ, ਰਿਸ਼ਤੇਦਾਰਾਂ ਨੇ ਟਾਈਮ ਸਪੈਂਡ ਕੀਤਾ ਹੈ, ਉਹਨਾਂ ਦੀਆਂ ਮਾਤਾ ਜੀ ਦੀਆਂ ਯਾਦਾਂ ਹਮੇਸ਼ਾ ਹੀ ਸਭ ਨੂੰ ਆਉਂਦੀਆਂ ਰਹਿਣਗੀਆਂ। ਦੋਤੇ ਪੋਤਿਆਂ ਨੇ ਜਿਨ੍ਹਾਂ ਨੇ ਕਿ ਗੋਦੀ ਦਾ ਨਿੱਘ ਮਾਣਿਆ, ਉਹਨਾਂ ਨੂੰ ਮਿੱਠੀਆਂ ਮਿੱਠੀਆਂ ਯਾਦਾਂ ਹਰ ਵਕਤ ਆਉਗੀਆਂ ਤੇ ਹਰ ਵਕਤ ਆਪਣੇ ਦਾਦੇ ਦੇ ਨਾਲ ਤੇ ਟਾਈਮ ਸਪੈਂਡ ਜਿਹੜਾ ਕਰੂਗੇ ਤੇ ਨਾਲੇ ਆਪਣੀ ਦਾਦੀ ਦੀਆਂ ਗੱਲਾਂ ਦੱਸੂਗੇ। ਦਾਦੀ ਇਸ ਤਰ੍ਹਾਂ ਕਹਿੰਦੀ ਸੀ ਸਾਨੂੰ, ਦਾਦੀ ਇਸ ਤਰ੍ਹਾਂ ਕਰਦੀ ਸੀ, ਦਾਦੀ ਇਸ ਤਰ੍ਹਾਂ ਕਰਦੀ। ਜਦੋਂ ਇਨਸਾਨ ਜਿੰਦਾ ਹੈ ਉਦੋਂ ਕੋਈ ਨਹੀਂ ਯਾਦ ਕਰਦਾ, ਸਭ ਆਪਣੇ ਆਪਣੇ ਰਜੇਵਿਆਂ 'ਤੇ ਹੁੰਦੇ ਆ। ਜਦੋਂ ਇਨਸਾਨ ਚਲੇ ਜਾਂਦਾ ਦੁਨੀਆ 'ਤੇ ਤੇ ਫਿਰ ਹੀ ਉਹਦੀਆਂ ਕਦਰਾਂ ਕੀਮਤਾਂ ਦਾ ਪਤਾ ਚੱਲਦਾ। ਇੱਦਾਂ ਹੀ ਸਾਡੇ ਮਾਤਾ ਜੀ ਨੇ ਜੋ ਖੁਸ਼ਬੂ ਸਾਨੂੰ ਦੇ ਕੇ ਗਏ, ਉਹ ਖੁਸ਼ਬੂ ਸਾਡੇ ਹਲਕੇ 'ਚ ਵੀ ਬਹੁਤ ਮਿੰਨੀ ਮਿੰਨੀ ਮਹਿਕ ਜਿੱਦਾਂ ਹੁੰਦੀ ਆ ਉਹ ਫੈਲਦੀ ਰਹੇਗੀ। ਤੇ ਮੈਂ ਆਪਣੇ ਵੱਲੋਂ ਅਤੇ ਰਾਣਾ ਜੀ ਵੱਲੋਂ ਉਹਨਾਂ ਨੂੰ ਸ਼ਬਦਾਂ ਦੀ ਅਪਰੀਸ਼ੀਏਟ ਕਰਦੀ ਹਾਂ ਤੇ ਤੁਹਾਡਾ ਸਾਰਿਆਂ ਦਾ ਹੀ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਤੇ ਜਿਨ੍ਹਾਂ ਨੇ ਕਿ ਆਖੀ ਲੰਬਾ ਤੇ ਮੈਂ ਇਹੋ ਸ਼ਬਦਾਂ ਨਾਲ ਆਪਣਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ 2 ਮਿੰਟ ਮੰਚ ਤੇ ਆਉਣਗੇ, ਮਾਤਾ ਜੀ ਨੂੰ ਸ਼ਰਧਾਂਜਲੀ ਦੇਣਗੇ। ਰਣਜੀਤ ਸਿੰਘ ਜੀ। ਬਹੁਤ ਸਤਿਕਾਰਯੋਗ ਪੰਡਤ ਜੀ ਅਤੇ ਭੱਲਾ ਪਰਿਵਾਰ ਦੇ ਨਾਲ
ਦੁੱਖ ਸਾਂਝਾ ਕਰਨ ਲਈ ਸਾਰੀ ਸਾਧ ਸੰਗਤ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੈ ਸ਼੍ਰੀ ਰਾਮ। ਮਰਦ ਦਿਖਾਏ ਮੰਡਲ ਮਹਿ ਆਏ। ਭਾਵੇਂ ਕਿ ਆਪਾਂ ਸਾਰੇ ਆਪਣਾ ਮਰਨ ਲਿਖਾ ਕੇ ਆਏ ਹਾਂ, ਪਰ ਫਿਰ ਵੀ ਆਪਾਂ ਦੁਨਿਆਵੀ ਜੀਵ ਹਾਂ। ਆਪਣੇ ਪਰਿਵਾਰ ਚੋਂ ਕੋਈ ਵੀ ਬਜ਼ੁਰਗ ਚਲਾ ਜਾਵੇ ਜਾਂ ਕੋਈ ਜੀ ਚਲਾ ਜਾਵੇ ਤਾਂ ਆਪਾਂ ਨੂੰ ਜਿਵੇਂ ਕਿ ਆਪਣਾ ਇੱਕ ਅੰਗ ਟੁੱਟ ਜਾਂਦਾ ਉਦਾਂ ਲੱਗਦਾ। ਬਜ਼ੁਰਗਾਂ ਦੀ ਹਮੇਸ਼ਾ ਹੀ ਆਪਾਂ ਨੂੰ ਲੋੜ ਹੁੰਦੀ ਆ। ਮਾਤਾ ਰਾਜ ਰਾਣੀ ਦੇ ਚਲੇ ਜਾਣ ਦੇ ਨਾਲ ਜਿੱਥੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ, ਮੈਂ ਉਹਨਾਂ ਨੂੰ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ, ਆਪਣੀ ਪਾਰਟੀ ਭਾਰਤੀ ਜਨਤਾ ਪਾਰਟੀ ਵੱਲੋਂ ਦੁੱਖ ਸਾਂਝਾ ਕਰਦਾ ਅਤੇ ਅਰਦਾਸ ਕਰਦਾ ਕਿ ਪ੍ਰਮਾਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਸ਼ ਕਰੇ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰੇ। ਤੁਸੀਂ ਏਡੀ ਵੱਡੀ ਗਿਣਤੀ ਦੇ ਵਿੱਚ ਇਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਆਏ ਹੋ। ਗੁਰਬਾਣੀ ਦਾ ਵੀ ਫਰਮਾਨ ਹੈ, ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਵੋ ਸੱਜਣ ਅਸੀਸਾਂ ਜੋ ਹੋਵੇ ਸਹਿਬ ਸਿਉ ਮੇਲ। ਇਸ ਪਰਿਵਾਰ ਨੂੰ ਅਸੀਸ ਦੇ ਕੇ ਜਾਓ ਕਿ ਏਦਾਂ ਹੀ ਇਲਾਕੇ ਦੀ ਸਮਾਜ ਸੇਵਾ ਕਰਦਾ ਰਹੇ, ਲੋਕਾਂ ਦੇ ਚੰਗੇ ਕੰਮਾਂ ਦੇ ਵਿੱਚ ਕੰਮ ਹੱਥ ਮਿਲਾਉਂਦਾ ਰਹੇ ਅਤੇ ਦੇਸ਼ ਕੌਮ ਦੀ ਸੇਵਾ ਕਰਦਾ ਰਹੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੈ ਸ਼੍ਰੀ ਰਾਮ। ਹੁਣ ਮੈਂ ਬੇਨਤੀ ਕਰੂੰਗਾ ਦਲਜੀਤ ਸਿੰਘ ਜੀ ਬਡਿਆਲ ਬਲਾਕ ਸੰਮਤੀ ਮੈਂਬਰ ਮੰਚ ਤੇ ਆਉਣਗੇ ਔਰ ਮੇਰੀ ਹੱਥ ਜੋੜ ਕੇ ਬੇਨਤੀ ਆ, ਅਗਰ ਸਾਡੇ ਨਾਲ ਬਲਾਕ ਸੰਮਤੀ ਮੈਂਬਰ ਤੁਹਾਡੇ ਸਾਹਮਣੇ ਆਪਣੇ ਵਿਚਾਰ ਰੱਖਣਗੇ। ਮਾਨਯੋਗ ਸਾਧ ਸੰਗਤ ਜੀ, ਇਸ ਸ਼ਰਧਾਂਜਲੀ ਸਮਾਗਮ ਦੇ ਵਿੱਚ ਇਕੱਤਰ ਹੋਈ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਮਹਿੰਦਰਪਾਲ ਜੀ, ਲਾਭ ਚੰਦ ਉਹਨਾਂ ਦੇ ਫਾਦਰ ਸਾਹਿਬ, ਮੈਨੂੰ ਵੀ ਉਹਨਾਂ ਦੇ ਕਾਫੀ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਬੜੀ ਕੋਈ 1995 ਦੇ ਦਹਾਕੇ ਦੇ ਵਿੱਚ ਮੈਂ ਮੈਂਬਰ ਪੰਚਾਇਤ ਸੀ। 94 ਕਿ 95 ਦੀ ਗੱਲ ਆ। ਇਹ ਮਹਿੰਦਰਪਾਲ ਜੀ ਸਰਪੰਚ ਸੀ ਉਦੋਂ। ਉਸ ਤੋਂ ਬਾਅਦ ਲਾਭ ਚੰਦ ਜੀ, ਕੁਲਵੰਤ ਰਾਏ ਭੱਲਾ ਜੀ। ਸੋ ਇਸ ਪਰਿਵਾਰ ਨੇ, ਸੋ ਜਿਹੜੀ ਮਾਤਾ ਜੀ ਦੀ ਅੱਜ ਗੱਲ ਕਰਦੇ ਆ ਆਪਾਂ, ਸ਼ਰਧਾਂਜਲੀ ਦੇ ਵਿੱਚ ਸਮਾਗਮ ਦੇ ਵਿੱਚ ਆਪਾਂ ਪਹੁੰਚੇ ਆ। ਇਸ ਮਾਤਾ ਦੀ ਇਹ ਗੁੜਤੀ ਇਸ ਪਰਿਵਾਰ ਨੂੰ ਮਿਲੀ ਆ ਤੇ ਇਹ ਪਿੱਛੋਂ ਇਹਨਾਂ ਨੂੰ ਸਭ ਜਦੀ ਪੋਸਟੀ ਸੇਵਾ ਕਰਨ ਦਾ ਹੀ ਮਾਣ ਪ੍ਰਾਪਤ ਹੋਇਆ ਇਸ ਪਰਿਵਾਰ ਨੂੰ। ਸੋ ਜਿਹਦੀ ਨਿਸ਼ਾਨੀ ਅੱਜ ਤੁਸੀਂ ਸਾਰੇ ਦੇਖ ਹੀ ਰਹੇ ਆ। ਸੋ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਇੱਥੇ ਪਹੁੰਚੇ ਹਨ। ਖਾਸ ਕਰਕੇ ਉਹਨਾਂ ਦੇ ਵਿੱਚ ਸਾਡੇ ਇਲਾਕੇ ਦੀ MLA ਸਾਹਿਬ ਰਾਣਾ ਗੁਰਜੀਤ ਸਿੰਘ ਜੀ ਨੇ ਵੀ ਆਉਣਾ ਸੀ, ਉਹ ਵੀ ਅੱਜ ਆਪਣੇ ਰੁਝੇਵਿਆਂ ਕਾਰਨ ਨਹੀਂ ਆ ਸਕੇ ਤੇ ਮੈਡਮ ਰਾਜਵੰਸ਼ ਕੌਰ ਰਾਣਾ ਜੀ ਇੱਥੇ ਪਹੁੰਚੇ ਆ ਤੇ MLA ਸੁਲਤਾਨਪੁਰ ਤੋਂ ਚੀਮਾ ਸਾਹਿਬ ਵੀ ਹਾਜ਼ਰੀ ਲਵਾ ਕੇ ਗਏ ਆ। ਰਣਜੀਤ ਸਿੰਘ ਖੋਜੇਵਾਲ ਜੀ ਵੀ ਬੈਠੇ ਆ, ਵਾਲੀਆ ਸਾਹਿਬ ਵੀ ਬੈਠੇ ਆ। ਸੋ ਸਾਡੇ ਬਲਾਕ ਸੰਮਤੀ ਦੇ ਚੇਅਰਮੈਨ ਬਹੋਈ ਤੋਂ ਰਾਜੂ ਜੀ ਬੈਠੇ ਆ, ਉਹਨਾਂ ਦੀ ਵਾਈਸ ਬਲਾਕ ਸੰਮਤੀ ਚੇਅਰਮੈਨ ਸਦਮਾ ਦੋਨਾ ਤੋਂ ਬੱਲੀ ਜੀ ਤੇ ਚੇਅਰਮੈਨ ਆਪਣੇ ਲਖਵਿੰਦਰ ਜੀ ਉਧਰੋਂ ਢਿਲਮਾ ਤੋਂ, ਉਹ ਵੀ ਚੇਅਰਮੈਨ ਸਾਹਿਬ ਆਏ ਹੋਏ ਹਨ। ਸੋ ਇੱਥੇ ਮੈਂ ਸਾਰੇ ਪੰਜ ਸਰਪੰਚ ਆਪਣੇ ਦੰਦੂਪੁਰ ਤੋਂ, ਸਰਪੰਚ ਬਰਿੰਦਪੁਰ ਤੋਂ ਜੀ, ਇਹ ਸਾਰਿਆਂ ਨੂੰ ਮਤਲਬ ਇੱਥੇ ਹੋਰ ਵੀ ਮੈਂ ਜਿੱਥੋਂ ਮੈਂ ਦੇਖਦਾ ਸਾਰਿਆਂ ਨੂੰ ਜਿਹੜੇ ਬੈਠੇ ਆਏ ਨੇ ਇਸ ਔਖੀ ਘੜੀ ਦੇ ਵਿੱਚ, ਉਹਨਾਂ ਇੱਥੇ ਆਏ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸੋ ਕਹਿੰਦੇ ਵੀ ਜਿਹੜਾ ਦੁੱਖ ਖੁਸ਼ੀ ਦੇ ਵਿੱਚ ਆਪਾਂ ਕਿਸੇ ਪ੍ਰੋਗਰਾਮ ਦੇ ਵਿੱਚ ਜਾਂਦੇ ਆ ਤਾਂ ਉਹਨਾਂ ਦੀ ਖੁਸ਼ੀਆਂ ਸਾਂਝੀਆਂ ਹੋ ਜਾਂਦੀਆਂ ਤੇ ਜੇ ਕਿਸੇ ਦੇ ਇਹੋ ਜਿਹੇ ਦੁੱਖ ਦੀ ਘੜੀ ਦੇ ਵਿੱਚ ਵੀ ਆਪਾਂ ਜਾਂਦੇ ਹਾਂ ਉਹਨਾਂ ਦਾ ਦੁੱਖ ਵੰਡਾਇਆ ਜਾਂਦਾ। ਪੰਡਤ ਦੇਵਰਾਜ ਜੀ, ਰਵੀ ਕੁਮਾਰ, ਜੀਵਨ ਕੁਮਾਰ, ਬਲਵੰਤ ਸਿੰਘ ਜੀ, ਸਤਵਿੰਦਰ ਸਿੰਘ ਜੀ, ਗੁਰਬਚਨ ਸਿੰਘ, ਗੁਰਚਰਨ ਸਿੰਘ ਜੀ ਲੰਬੜਦਾਰ। ਸੋ ਮੈਨੂੰ ਸਟੇਟ ਸੈਕਟਰੀ ਦਾ ਇਸ਼ਾਰਾ ਹੋਇਆ
ਤੁਸੀਂ ਕਾਫੀ ਬੁਲਾਰਿਆਂ ਦਾ ਵਿਚਾਰ ਸਾਰਿਆਂ ਨੇ ਸੁਣਿਆ, ਕਾਫੀ ਚਿਰ ਇੱਥੇ ਬੈਠੇ ਆ। ਇੱਕ ਬੁਲਾਰੇ ਦਾ ਇਹਨਾਂ ਨੇ ਹੋਰ ਕਿਸੇ ਦਾ ਹੁਣ ਨਾਂ ਲੈਣਾ, ਉਹ ਤੁਹਾਨੂੰ ਬੁਲਾਉਣਗੇ। ਸੋ ਇਹਦੇ ਵਿੱਚ ਵੀ ਸਮੁੱਚੀ ਸ਼ਰਧਾਂਜਲੀ ਮਾਤਾ ਜੀ ਨੂੰ ਅਸੀਂ ਭੇਟ ਕਰਦੇ ਹਾਂ। ਪ੍ਰਮਾਤਮਾ ਉਹਨਾਂ ਨੂੰ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਜੀਤ ਵਾਲੀਆ ਜੀ। महान आत्मा ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਆਏ ਮੇਰੇ ਵੀਰੋ, ਮੇਰੇ ਭੈਣਾਂ, ਮੇਰੇ ਸਾਥੀਓ, ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਂ ਹੁੰਦੀ ਹੈ ਮਾਂ ਉਹ ਦੁਨੀਆ ਵਾਲਿਓ, ਮਾਂ ਹੈ ਠੰਡੜੀ ਛਾਂ ਉਹ ਦੁਨੀਆ ਵਾਲਿਓ। ਮਾਂ ਜਿਹਾ ਤਨਸ਼ਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਵੇ, ਜਿਸ ਤੋਂ ਲੈ ਕੇ ਸ਼ਾਹ ਉਦਾਰੀ ਜਾਗੋ ਸਵਰਗ ਬਣਾਵੇ। ਮਾਂ ਦਾ ਲਫ਼ਜ਼ ਦੋ ਲਫ਼ਜ਼ਾਂ ਨਾਲ ਬਣਦਾ, ਪਰ ਕਿਸੇ ਨੇ ਇਸ ਨੂੰ ਜਗ ਜਨਨੀ ਕਿਹਾ, ਕਿਸੇ ਨੇ ਮਾਂ ਨੂੰ ਬਹੁਤ ਵੱਡਾ ਰੁਤਬਾ ਦਿੱਤਾ, ਕਿਉਂਕਿ ਇੱਕ ਮਾਂ ਹੀ ਹੈ ਜਿਹੜੀ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੀ ਹੈ। ਇੱਕ ਮਾਂ ਹੀ ਹੈ ਆਪਣੇ ਘਰ ਨੂੰ ਚਲਾਉਂਦੀ ਹੈ। ਇੱਕ ਮਾਂ ਹੀ ਹੈ, ਇੱਕ ਧੀ ਬਣਦੀ ਹੈ। ਇੱਕ ਮਾਂ ਹੀ ਹੈ, ਇੱਕ ਪਤਨੀ ਬਣਦੀ ਹੈ। ਇੱਕ ਮਾਂ ਹੀ ਹੈ ਜੋ ਪਰਿਵਾਰ ਨੂੰ ਆਸ਼ੀਰਵਾਦ ਦਿੰਦੀ ਤੇ ਆਪਣੇ ਪਰਿਵਾਰ ਦੀ ਹਮੇਸ਼ਾ ਸੁੱਖ ਬਣਦੀ। ਜਿਹੜੇ ਪਰਿਵਾਰ ਦੇ ਵਿੱਚ ਮਾਂ ਸਵੇਰੇ ਉੱਠ ਕੇ ਪ੍ਰਸ਼ਾਦਾ ਪਾਣੀ ਤਿਆਰ ਕਰਨ ਲੱਗਿਆ ਸੁਖਮਨੀ ਸਾਹਿਬ ਦਾ ਪਾਠ ਜਾਂ ਜਪਜੀ ਸਾਹਿਬ ਦਾ ਪਾਠ ਸਵੇਰੇ ਅਰਦਾਸ ਕਰਕੇ ਉਸ ਪ੍ਰਸ਼ਾਦੇ ਨੂੰ ਤਿਆਰ ਕਰਦੀ ਹੈ ਤੇ ਉਸ ਪਰਿਵਾਰ ਦਾ ਪ੍ਰਸ਼ਾਦਾ ਜਿਹੜਾ ਛਕਦੇ ਆ ਉਹ ਸਾਰਾ ਦਿਨ ਸੁੱਖ ਸੁੱਖਾਂ ਨਾਲ ਬਤੀਤ ਹੁੰਦਾ। ਚਾਹੇ ਉਹਨੂੰ ਕਿਸੇ ਰੂਪ ਦੇ ਵਿੱਚ ਵੇਖ ਲਈਏ, ਸਭ ਤੋਂ ਪਹਿਲਾਂ ਮਾਂ ਦਾ ਰੂਪ ਹੀ ਆਉਂਦਾ। ਚਾਹੇ ਬੱਚੇ ਨੂੰ ਜਨਮ ਦੇਣ ਦਾ ਦਿਨ ਹੋਵੇ, ਚਾਹੇ ਉਹ ਨਰਸ ਦੇ ਰੂਪ ਦੇ ਵਿੱਚ ਹੋਵੇ, ਚਾਹੇ ਉਹ ਕਿਸੇ ਧਰਮ ਦੇ ਨਾਲ ਜੁੜਨ ਦਾ ਕੰਮ ਹੋਵੇ, ਉਹ ਹਮੇਸ਼ਾ ਮਾਂ ਨੇ ਹੀ ਆਪਾਂ ਨੂੰ ਸਿਖਾਇਆ। ਉਂਗਲ ਫੜ ਕੇ ਸਿਖਾਉਣਾ ਹੀ ਮਾਂ ਦਾ ਕੰਮ ਹੈ। ਪਰ ਆਪਾਂ ਕਈ ਵਾਰੀ ਭੁੱਲ ਜਾਂਦੇ ਆ ਆਪਣੀ ਮਾਂ ਨੂੰ। ਮੈਂ ਉਹ ਪਰਿਵਾਰ ਵੀ ਵੇਖੇ ਜਿਨ੍ਹਾਂ ਦੀਆਂ ਮਾਵਾਂ ਰੋਂਦੀਆਂ ਨੇ, ਮੈਂ ਉਹ ਪਰਿਵਾਰ ਵੀ ਵੇਖੇ ਜਿਨ੍ਹਾਂ ਦੇ ਪਿਓ ਰੋਂਦੇ ਨੇ। ਅੱਜ ਆਪਾਂ ਸਾਰੇ ਉਸ ਮਹਾਨ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਆਏ ਆ ਕਿ ਭੱਲਾ ਪਰਿਵਾਰ ਨੇ, ਜੇ ਭੱਲਾ ਪਰਿਵਾਰ ਨੂੰ ਉਹਦੀ ਮਾਂ ਨੇ ਪਾਲਣ ਪੋਸ਼ਣ ਕਰਕੇ ਇਸ ਜੱਗ ਦਾ ਹਾਨੀ ਬਣਾਇਆ, ਉਹ ਸਮਾਜ ਦੇ ਵਿੱਚ ਵਿਚਰਦੇ ਨੇ। ਅੱਜ ਦੇਖ ਰਿਹਾ ਮੈਂ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਆਏ ਨੇ। ਉਸ ਮਹਾਨ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ। ਸੰਮਤ ਸਾਹ ਲਿਖਿਆ, ਮਿਲ ਕਰ ਪਾਵੋ ਤੇਲ, ਦਿਓ ਸੱਜਣ ਅਸੀਂ ਸੜੀਆਂ ਜੋ ਹੋਏ ਸਾਹਿਬ ਸ਼ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵਾਈਸ ਪ੍ਰਧਾਨ ਪੰਜਾਬ ਕਾਂਗਰਸ ਕਮੇਟੀ 2 ਮਿੰਟ ਮੰਚ ਤੇ ਆਉਣਗੇ, ਮਾਤਾ ਜੀ ਨੂੰ ਸ਼ਰਧਾਂਜਲੀ ਦੇਣਗੇ। ਸੁਭਾਸ਼ ਭਾਰਗਵ ਜੀ। ਅੱਜ ਦੇ ਇਸ ਸ਼ੋਕ ਸਭਾ ਦੇ ਵਿੱਚ ਆਈ ਹੋਈ ਸਾਰੀ ਹੀ ਗੁਰੂ ਪਿਆਰੀ ਸਾਧ ਸੰਗਤ ਜੀਓ, ਜੈ ਸ਼੍ਰੀ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਜੀ ਬੀਬੀ ਰਾਜ ਰਾਣੀ ਜੀ, ਜਿਨ੍ਹਾਂ ਦੇ ਨਿਮਿਤ ਰੱਖੇ ਗਏ ਅੱਜ ਅੰਤਿਮ ਅਰਦਾਸ ਦੇ ਵਿੱਚ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਹਾਜ਼ਰ ਹੋਏ ਆ। ਸੋ ਮੈਂ ਦੱਸਣਾ ਚਾਹੁੰਦਾ ਕਿ ਅੱਜ ਪਰਿਵਾਰ ਦੇ ਵਿੱਚ ਦੁੱਖ ਦੀ ਘੜੀ ਹੈ। ਸਾਡੇ ਭਾਈ ਸਾਹਿਬ ਲਾਭਚੰਦ ਜੀ ਪੱਲਾ ਜੀ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਮਾਤਾ ਜੀ ਨੇ ਭਰਿਆ ਪਰਿਵਾਰ ਇੱਕ ਫੁਲਵਾੜੀ ਪਿੱਛੇ ਛੱਡ ਕੇ ਗਏ ਆ। ਪਰ ਮਾਤਾ ਪਿਤਾ ਦਾ ਜਿਹੜਾ ਇੱਕ ਆਸਰਾ ਹੁੰਦਾ, ਜੋ ਹੱਥ ਹੁੰਦਾ ਆ, ਮਾਂ-ਬਾਪ ਤਾਂ ਬੰਦਾ ਕਹਿੰਦਾ ਕਿ ਜਦ ਤੱਕ ਮੈਂ ਜੀਵਾਂ ਉਦੋਂ ਤੱਕ ਨਾਲ ਹੱਥ ਰਵੇ, ਭਾਵੇਂ 100 ਸਾਲ ਦੀ ਉਮਰ ਕਿਉਂ ਨਾ ਹੋ ਜਾਏ, ਲੇਕਿਨ ਮਾਂ-ਬਾਪ ਦੀ ਹਮੇਸ਼ਾ ਹੀ ਤਾਂਗ ਰਹਿੰਦੀ ਹੈ, ਲੋੜ ਰਹਿੰਦੀ ਹੈ। ਅੱਜ ਬਹੁਤ ਹੀ ਸਤਿਕਾਰਯੋਗ ਸ਼ਖਸੀਅਤਾਂ ਇੱਥੇ ਹਾਜ਼ਰੀ ਲਵਾਈਆਂ। ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਇੰਨਾ ਹੀ ਕਹਾਂਗਾ ਕਿ ਮਾਂ-ਬਾਪ ਇੱਕ ਡਾਇਰੈਕਟਰ ਦੀ ਤਰ੍ਹਾਂ ਹੁੰਦੇ ਆ, ਜਿਹੜੇ ਸਾਰਾ ਜੀਵਨ ਆਪਣੇ ਪਰਿਵਾਰ ਨੂੰ, ਆਪਣੇ ਬੱਚਿਆਂ ਨੂੰ
पाल के पोस के संसार दे विच विचरण वास्ते अगे लैके आउंदे आ और परिवार में बहुत अच्छी शिक्षा, बहुत ही वधिया एक माहौल दिता। परिवारिक तौर पर, समाजिक तौर पर, बल्कि राजनीतिक खेत्र दे विच भी बहुत ही पुलांगा पुट्टियां और बहुत मान सत्कार पूरे इलाके दे विच हासिल किया। सो एक योग अगवाई के कारण ये सब प्राप्त होता है। सो मैं अपने वालों समूची प्रदेश कांग्रेस सेवा दल वालों, समूची कांग्रेस पार्टी वालों आई हुई सारिया संगतां का इत्थे मतलब हाजरी करदा और मैं श्रद्धा के फुल भेंट करदा कि विछड़ी रूह नूं अपने चरणों के विच परमात्मा निवास देवे और पिछों परमात्मा परिवार नूं इस पहाड़े नूं मनण दा बल बख्शे। इन्हां शब्दां दे नाल एक बार फिर जय श्री राम, वाहिगुरू जी का खालसा, वाहिगुरू जी की फतेह। हुण मैं बेनती करूंगा लाभचंद जी नूं अगे आउणगे ताकि रस्म पगड़ी अदा की जाए। तुसीं सारे ही अपने अपने जरूरी कामां नूं छड्डदे होए साडे इस परिवार दे नाल दुख वंडाउण लई पहुंचे हैं। तुहाडा सारिਆਂ ਦਾ एक एक कदम साडे सिर मत्थे ते। मेरी सारिਆਂ नूं बेनती आ कि शगन जेदा बहुत जरूरी बनता उन्होंने पाना, किसी ने भी शगन पाउण दी किरपालता नहीं करनी। भोजन का इंतजाम सामने किया गया है, किसी ने भी भोजन किए तो बगैर नहीं जाना। साडी हाथ जोड़ के तुहानूं सारिਆਂ नूं बेनती है इस परिवार वालों, कृपया करके सारिਆਂ ने भोजन करके जाना और शगन जेदा बनता हो वो नहीं पावे, दूजे किसी ने भी शगन पाउण दी किरपालता नहीं करनी। बोल साचे दरबार की जय। जय दीनानाथ हरे, हर जय जय भोलेनाथ हरे। संकट दास जनों के अवगुण क्षण में दूर करे, हरि ओम जय जगदीश हरे। जो ध्यावे फल पावे, दुख विनशे मन का, स्वामी दुख विनशे मन का। सुख संपत्ति घर आवे, सुख संपत्ति घर आवे। कष्ट मिटे तन का, हरि ओम जय जगदीश हरे। माता पिता तुम मेरे, शरण पढ़ू मैं किसकी, स्वामी शरण पढ़ू मैं किसकी। तुम बिन और न दूजा, प्रभु बिन और न दूजा। आस करूं मैं जिसकी, हरि ओम जय जगदीश हरे। तुम पूर्ण परमात्मा, तुम अंतर्यामी, स्वामी तुम अंतर्यामी। पार ब्रह्म परमेश्वर, पार ब्रह्म परमेश्वर। तुम सबके स्वामी, हरि ओम जय जगदीश हरे। तुम करुणा के सागर, तुम पालन करता, स्वामी तुम रक्षा करता। मैं मूर्ख खलगामी, मैं सेवक तुम स्वामी। कृपा करो भरता, हरि ओम जय जगदीश हरे। तुम हो एक गोचर, सबके प्राण बंधे, स्वामी सबके प्राण बंधे। इस मिलो मैं दयालु, इस मिलो मैं कृपालु। तुमको मैं कुमति, हरि ओम जय जगदीश हरे। रक्षक तुम मेरे, अपने हाथ उठाओ, दया कर चरनी लगाओ। द्वार पर मैं तेरी, हरि ओम जय जगदीश हरे। विषय विकार मिटाओ, पाप हरो देवा, सुर कष्ट हरो देवा। शरणा भक्ति बढ़ाओ, शरदा प्रेम सिखाओ। संतन जन सेवा, हरि ओम जय जगदीश हरे। दया करो प्रभु हम पर, सब कुछ है तेरा, सब कुछ है तेरा।
जगदीश हरे ओम जय जगदीश हरे स्वामी जय जय दीनानाथ हरे हर जय जय भोलेनाथ हरे हर जय जय राधे श्याम हरे हर जय जय सीताराम हरे बांध जनों के संकट आचितं केशवं राम नारायणम् आचितं केशवं राम नारायणम् कृष्णं दामोदरं श्रीवासुदेवरं भजे श्रीधरं माधवं गोपिकावल्लभं श्रीधरं माधवं गोपिकावल्लभं जानकी नायक श्रीरामचन्द्रं भजे श्रीपति रामचंद्र महाराज की जय। बोलो भाई सब संतों की जय। ओम गुरु ब्रह्मा गुरु विष्णु गुरुदेव महेश्वरा गुरु साक्षात् परब्रह्म तस्मै श्री गुरुवे नमः आध्यात्मिक चक्षुरुन्नतेन तस्मै श्री गुरुवे नमः तू बनाएगा इथे सदसंतमयम् ओम विष्णुराटमसि विष्णु शूरसि विष्णु ध्रुवमसि वैष्णवमसि वेत्वम् अग्निर्देवता वातो देवता सूर्यो देवता चंद्रमा देवता वासवो देवता रुद्रा देवता दित्या देवता मरुतो देवता विश्वदेव देवता बृहस्पतिर्देवतीन्द्रो देवता वरुणो देवता पति बच्चा भो नमो नमः व्राते व्रातपति बच्चा भो नमो कृतज्ञ बच्चा भो नमो नमः रूपे विश्रुपति बच्चा भो नमो नमः ओम सुमोगे गदांता च कपिलो च कर्णकालम विटुना जुनायता गमर के दुगना दक्षो वाल चंद्र ज्ञान ने दोषता नामाण जम जात भी विद्यारंभ वाच प्रवेशरे के संकरा समित स्नयाते माता शुमादिता या सोमेश्वर मोक्को पगड़ी रस में तो श्री गणाधिपति ये नमः ओम पाद्य मध्यम आचने समर्पयामि गणपते व्यो नमो वस्त्र मंगल सूत्रम समर्पयामि अक्षतानि समर्पयामि नैवेद्यान्ते समर्पयामि ताम्बूफलं पुंगीफलं माला समर्पयामि तिलकं समर्पयामि धूपं दीपं प्रत्यक्ष पुनर आचनीयं समर्पयामि ओम भक्तटोण्डमाकारे सूर्यकोटि समापूर्व निर्गुण कुर्मे देवा सर्व कार्येषु सर्वदा श्री गणपतये नमो नमः ओमकार बिंदुश्चित नित्यं ध्यात योनिकाम दे मुक्ते जीव ओमकार देवताय भ्यो नमो नमः नमस्ते ओम लक्ष्मी शिराशय बाशित्राण पर वैष्णानि काणा लोमय कांतरो लोक लक्ष्मी देव्यो नमो नमः ओम ब्रह्मा मरारी त्रिपुरांत कार्य परम तो प्रजा गुरु शुक्र शनि राहु केतु सर्वे ग्रह शांति करा भवन्तु ओम भगवती दुर्गायै नमः पाद्य मध्यम आचने समर्पयामि अस्त्र वस्त्र मंगल सूत्रं समर्पयामि अक्षतान् समर्पयामि भगवती दुर्गायै नमः नैवेद्यान्ते समर्पयामि तिलकं समर्पयामि ताम्बूफलं परित्राणपरायणे सर्वशास्त्रिणो नारायणी नमोस्तुते जकारा शेराली बोल साचे दरबार की जय कलश कुंभाय भ्यो नमो नमः ओम पाद्य मध्यम आचने समर्पयामि वस्त्र मंगल सूत्रं समर्पयामि अक्षतान् समर्पयामि नैवेद्यान्ते समर्पयामि ताम्बूफलं पुंगीफलं मालाफलं समर्पयामि तिलकं समर्पयामि धूपं दीपं प्रत्यक्ष्यामि पुनर आचनीयं समर्पयामि ओम ऋग्वेद यजुर्वेद सामवेद कलशा रुद्रा वर्ण गंगा यमुना कलश कुंभाभ्यो नमो नमः ओम ये नवद्रुतम नवद्रमा रक्षर माचल माचल ओम तिलकम ते प्रत्यक्ष्यामि धर्म अर्थ काम सिद्धिये ओम शुक्लम भद्रम देवम शशिवर्णम चतुर्भुजं प्रसन्नवदनं ध्यान सर्वविघ्नों प्रशान्तये ओम मंगलम भगवान विष्णु मंगलम गणध्वजा मंगलम पुंडरीकाक्ष मंगलाय तनो हरि विष्णु भ्यो नमो नमः
ਹਾਂਜੀ ਜਿਹੜਾ ਦਾ ਜ਼ਰੂਰੀ ਸ਼ਕਲ ਬਣਦਾ ਜੀ ਕਿਸੇ ਦਾ ਬਿਨਾਂ ਰਿਸ਼ਤੇਦਾਰ ਦਾ ਨਾ ਹੋਵੇ ਮੈਂ ਇਹ ਕਿ ਦੇਖੋ ਉਹੀ ਕੰਮ ਬਣਦੇ ਆ ਐਵੇਂ ਨਹੀਂ ਬਣਦਾ ਇਹ ਬੁੜੀਆ ਦਾ ਕੰਮ ਹੈ ਬੁੜੀਆ ਆਪ तो माता के बकरा को देखिए ना बोलने हेलो हेलो परिवार है मैं क्या जी परिवार है अपना मेरे को ताई कहना अपना परिवार है साढ़े पूरे हो गए अड अड करो सारे पली नहीं सही दो साढ़े भी गल करके लगा के आएंगे रोटी पानी रखना सब अब तक लो जिन्होंने चकनी हाँ जी चलो खड़े होगा हाँ जी सर हाँ जी ਲੈ ਜੀ ਮਾਤਾ ਦੀ रोटी खा के बाहर छोड़ दो सारे ना जी ਲੈ ਜਾਓ ਘਰ ਲੈ ਜਾਓ किधर गई अपना दी ਜੈਕ जय कर बोलो ਜੈਕ ਕਰ ਬੇਟਾ ਜੈਕ नहीं नहीं इधर दे दो और फड़ा दो और दे इधर इधर भाई पंडा जी अच्छा जी हो दे यार ਵੀਰੇ ਵੀਰੇ ਉਹਦੇ ਵਿੱਚ ਜ਼ਿਆਦਾ ਸੇਵ ਚੱਲ ਐ ਨਹੀਂ ਜੀ ਮੇਰੇ ਵੀਰ ਮਗਰ ਦੀ ਵੀ ਚੱਕ ਲਈ ਮੈਂ ਜਲੇਬੀਆਂ ਲਿਆ ਵਾ ਭਾਈ 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 ਮੋਰੇ ਨਹੀਂ ਲਾਗੇ ਰੱਖ ਆਪਦੇ ਨਾਲ ਬਹਿ ਜਾ ਲੈਣ ਕੇ ਰੱਖਦਾ ਸਭ ਹੋਣ ਦੀ
ਮੈਂ ਸਾਰੇ ਘੜੀ ਵੀ ਦੇ ਲੋ ਸਭ ਕੁਝ ਠੀਕ ਹੈ ਥੈਂਕ ਯੂ ਆ ਜਾਓ ਜੀ ਤੁਹਾਡਾ ਪ੍ਰੈਸ ਵਾਲਾ ਕੰਮ ਜ਼ਰੂਰੀ ਆ ਆਓ ਤੇ ਇੱਕ ਬਣਾਇਆ ਸੀ ਇੰਟਰਨੈਸ਼ਨਲ ਗਰੁੱਪ। ਅੱਛਾ ਬਾਜੀ। ਤੇ ਬਸ ਇਦਾਂ ਦੇ ਬਸ ਇਹ ਕੰਮ ਕਰਦੇ ਬਲਵੰਤ ਭਾਜੀ ਮੇਰਾ ਨਾਲ ਲੱਭ ਜਾਂਦੇ ਲਾਭ ਜੀ ਭਾਜੀ ਕਿੰਨੇ ਬਾਹਰੋਂ ਆਇਆ? ਮੈਂ ਬਾਹਰ ਨਹੀਂ ਗਿਆ ਭੈਣ ਜੀ, ਮੇਰੇ ਬੇਟਾ ਬਾਹਰ ਆ, ਇਹਦਾ ਬੇਟਾ ਬਾਹਰ ਆ, ਛੋਟੇ ਭਰਾ ਦਾ। ਅੱਛਾ ਅਸੀਂ ਇੱਥੇ ਸੇਵਾ ਕਰਦੇ ਆ। 2 ਸਾਲ ਹੋ ਗਿਆ ਕੈਨੇਡਾ ਦਾ ਵੀਜ਼ਾ ਲੱਗੇ ਨੂੰ, ਜਾਣ ਦਾ ਟਾਈਮ ਹੀ ਨਹੀਂ ਸਾਡੇ ਕੋਲ। ਤੇ ਇਹਦੇ ਲੋਕਾਂ ਦਾ ਲਿੰਕ ਟੁੱਟ ਜਾਣੇ ਆ। ਅੱਛਾ ਜੀ ਜੱਜ ਸਾਹਿਬ ਇਹ ਸਾਰੀ ਪ੍ਰੈਸ ਵਾਲੀ ਹੈ ਜੀ ਵੀ ਦੇਖੋ ਜੀ ਅਕਾਲ ਪੁਰਖ ਦੇ ਨਾਲ ਬੰਦਾ ਚੱਲਦਾ। ਬਿਲਕੁਲ। ਮੈਂ ਤਾਂ ਇੱਕ ਚੀਜ਼ ਜਾਣਦੀ ਆ, ਮਾਂ ਨੇ ਬੱਚਾ ਜੰਮਣਾ ਹੁੰਦਾ ਹੈ ਨਾ 9 ਮਹੀਨੇ ਉਹ ਢਿੱਡ ਪੇਟ 'ਚ ਰੱਖਦੀ ਹੈ। ਉਹਨੂੰ ਇਹ ਨਹੀਂ ਪਤਾ ਹੁਣ ਕੁੜੀ ਹੋਣਾ ਕਿ ਮੁੰਡਾ ਹੋਣਾ, ਕੀ ਬਣਨਾ ਹੈ। ਇੱਧਰ ਦੇ ਤੇ ਜਿੰਦਰ ਭਾਜੀ ਕੁਰਸੀਆਂ ਫੜੇ ਮੈਂ ਕਹਿਤਾ ਜੀ ਕਹਿਤਾ ਹੋ ਗਿਆ। ਕਰੋ 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 ਜਾਓ ਤੁਸੀਂ ਜਾ ਕੇ ਪ੍ਰਧਾਨ ਸਤਪਾਲ ਲਾਹੌਰੀਆ ਜੀ। ਇਹ ਗੋਰਾ ਗਿੱਲ ਜੀ, ਤੁਸੀਂ ਸੁਣਿਆ ਹੀ ਹੋਣਾ ਜੀ। ਚੰਗਾ ਜੀ ਬਾਬੂ ਜੀ, ਇੱਥੇ ਤੁਸੀਂ ਜਾ ਕੇ ਚੱਲਿਆ ਤੈਨੂੰ ਕੀ ਮਾਫ ਕਰ। ਹੈਲੋ ਮੈਂ ਤੈਨੂੰ ਦੱਸੀ ਹੈ ਨਾ ਦੱਸ ਹੀ ਆ ਜਾ ਹੁਣ ਪੂਰਾ ਪੰਜਾਬ ਦੀ ਉਹਨਾਂ ਦੇ ਘਰ ਉਹਨਾਂ ਦਾ ਕੋਈ ਨਾ ਇਹ ਕਰੋ ਕਿਦਾਂ ਇਹ ਨੂੰ ਪਾਸੇ ਹੋਣਾ ਇਹ ਸੁਧਾਰ ਹੋ ਜੂਗਾ ਉਹਨਾਂ ਦੇ ਬਜ਼ੁਰਗ ਭਾਜੀ ਉਹ ਸਾਨੂੰ ਦੇ ਕੇ ਗਏ, ਸਾਡੇ ਕੋਲ ਹਜੇ ਤੱਕ ਲੈ ਕੇ ਕੁਝ ਨਹੀਂ ਗਏ। ਸਾਡਾ ਜਿਹੜਾ ਟਾਈਮ ਸੀ ਦਿਨ ਦਾ ਉਦੋਂ ਪਹਿਲਾਂ ਹੀ ਉਹ ਚੱਲਦੇ ਫਿਰਦੇ ਚੱਲ ਗਏ ਜੀ। ਜਨਮ ਦਾ ਤਾਂ ਪਤਾ ਨਹੀਂ ਜੀ, ਇਸ ਜਨਮ 'ਚ ਹੀ ਬਹੁਤ ਕੁਝ ਕੀਤਾ ਉਹਨਾਂ ਨੇ। ਹਾਂਜੀ ਮੈਂ ਤਾਂ ਕਈ ਵਾਰੀ ਇਹਨਾਂ ਨੂੰ ਕਹਿੰਦਾ ਹੁੰਦਾ ਉਹ ਮਾਤਾ ਜੀ ਦਾ ਫਲ ਆ ਜੋ ਤੁਹਾਨੂੰ ਮਿਲ ਰਿਹਾ। ਰੱਬ ਦਾ ਨਾਮ। ਇਹਨਾਂ ਦੀ ਮਾਂ ਤੇ ਹਜੇ ਵੀ ਜਿੰਦੀ ਆ, ਮੇਰੇ ਘਰ ਵਾਲੀ ਵੱਡੀ ਆ, ਪਰ ਮੇਰੀ ਮਾਂ ਛੋਟੀ ਆ। ਇਹਨਾਂ ਨੂੰ ਮੇਰੇ ਛੋਟੇ ਭਰਾਵਾਂ ਨੂੰ ਤੇ ਸਾਡੇ ਸਿਰ ਮੇਰੀ ਮਾਂ ਕੋਲ ਮੈਂ ਇਹ ਕਹਿੰਦੀ ਆ, ਉਸ ਮਾਂ ਨੇ ਪਤਾ ਨਹੀਂ ਕਿੰਨੇ ਮੋਤੀ ਦਾਨ ਦਿੱਤੇ, ਜਿਹਦੇ ਸਿਰ ਤੇ ਇੰਨੀ ਚੰਗੀ ਔਲਾਦ ਦੇ ਹੱਥਾਂ 'ਚ ਉਹ ਗਈ। ਦੇਖੋ ਜਾਣਾ ਤਾਂ ਸੰਸਾਰ ਤੋਂ ਸਭ ਨੇ, ਤੁਸੀਂ ਵੀ ਤੇ ਮੈਂ ਵੀ। ਸਵਾਸ ਨਿਸ਼ਚਿਤ ਜਾਣਾ ਸੀਗਾ ਤੂੰ ਅਜੇ ਭੈਣ ਦੀ ਸੀ ਫੌਰਨ ਤੋਂ ਆ ਕੇ ਵੀ ਮੇਰੀ ਮਾਂ ਬੱਸ ਸਟੇਸ਼ਨਾਂ ਤੇ ਰੁਕ ਕੇ ਮਰੀ। ਕਿਆ ਹਾਂਜੀ
ਠੀਕ ਹੈ ਨਾ। ਕਹਿੰਦੇ ਇਹਨੇ ਇੱਕ ਵਾਰੀ ਬਾਤ ਨਹੀਂ ਪੁੱਛੀ, ਉਹਨੂੰ ਘਰੋਂ ਕੱਢ ਦਿੱਤਾ ਜਾਇਦਾਦ। ਤਾਂ ਮੈਂ ਕਹਿੰਦੀ ਹਾਂ ਕਿ ਉਸ ਮਾਂ ਤੋਂ ਜ਼ਿਆਦਾ ਭਾਗਿਆਸ਼ਾਲੀ ਕੋਈ ਨਹੀਂ। ਉਹ ਸਾਕਸ਼ਾਤ ਦੇਵੀ ਹੈ ਧਰਤੀ ਤੇ, ਜਿਹੜੇ ਐਦਾਂ ਦੇ ਪੁੱਤ ਜੰਮਦੀ ਆ, ਜਿਹੜੇ ਨੂੰ ਲਾਸਟ ਦਮ ਤੱਕ ਪੁੱਛਦੇ ਨੇ। ਜਦੋਂ ਇਹ ਅਸੀਂ ਦੇ ਘਰ ਬੈਠੇ ਜਾਵੇ ਪਾਰਟੀ ਬਾਈ ਦੇ ਉੱਪਰ ਉੱਠ ਗਏ। ਅਸੀਂ ਇਹਦੀ ਵੀ ਅਸੀਂ ਇੱਕ ਪਾਰਟੀ ਦੇ ਟਿਕਟ ਜਿੱਤੇ ਅਸੀਂ ਆਜ਼ਾਦ ਜਿੱਤਣ ਵਾਲੀ ਸਾਡੀ ਗੱਲ ਆ ਵੀ ਜਿਹੜਾ 20 ਸਾਲ ਤੋਂ ਫਿਰਦੇ ਸੀਟਾਂ ਗੁਰੂ ਮਹਾਰਾਜ ਜਿਤਾਈਆਂ ਸਾਡੀ ਕੱਲ ਹੀ ਸੀਟ ਸੀ ਬੋਲੇ 20 ਸਾਲ ਹਰਦੇ ਰਹੇ। ਉਹ ਲਾਗੇ ਰੇੜੀ ਵੀ ਇੱਥੇ ਵੀ ਆ ਮੈਂ ਟਿਕਟਾਂ ਦਿੱਤੀਆਂ, ਮੈਂ ਕਿਹਾ ਬੱਗੇ ਜਿਤਾਈਆਂ ਨੇ ਕਿਉਂ ਦਿੰਦਾ ਸੀ। ਗੋਰਾ ਜੀ ਇਹ ਜਿਹੜਾ ਬੰਦਾ ਨਾ ਇਹ ਕਈ ਛੱਡ ਗਏ ਆ, ਇਹ ਬੰਦਾ ਉਹਦੇ ਟਿਕਿਆ। ਇਹ ਗੱਲ ਆ ਹੁੰਦੀ ਆ, ਇਹ ਨਹੀਂ ਵੀ ਕੋਈ ਬੰਦਾ ਹਾਂਜੀ ਖਾ ਲਓ ਤੁਸੀਂ। ਉਹ ਚੁੱਪ ਇੱਧਰ ਦੇਖ ਲਿਓ। ਕੋਈ ਨਹੀਂ ਖਾਣ ਦੋ, ਆ ਜਾਓ ਬਾਈ ਤੁਸੀਂ ਵੀ। ਹਾਂਜੀ ਸਾਡੀ ਜੀ ਹੁਣ ਚਾਹ ਲੱਗਾ ਲੈ ਲਓ ਚਾਹ ਪੀ ਲਓ। ਆ ਜਾਓ ਇੱਥੇ ਭਾਬੀ। ਗੱਡੀ ਲੋਕ ਆ ਰਾਣੀ ਮੈਂ ਕੱਲ ਚੱਲ ਰਿਹਾ ਇਹ ਚੱਲੇ ਆਪਾਂ ਠੀਕ ਹੈ ਮੈਂ ਤੁਹਾਨੂੰ ਹੁਣੇ ਮਿਲਾਉਂਦਾ। ਅੱਛਾ ਵੱਡਾ ਲਿਆ ਬੜਾ ਹੋਇਆ ਪਰ ਮੈਂ ਸਮਝਾਂਗਾ ਪੂਰਨ ਭਾਗੀ ਵੀ ਆਪਾਂ ਗਏ ਮੈਂ ਬੜੀ ਹਾਂਜੀ ਓਕੇ ਭਾਜੀ ਖਿੱਚਿਆ ਤੇ ਭਰਿਆ ਵੀ ਮੈਂ ਚੱਲ ਪਹੁੰਚ ਮੈਂ ਟਾਈਮ ਤੇ। ਕੋਈ ਗੱਲ ਨਹੀਂ ਭਾਜੀ। ਚਲੋ ਰਾਤ ਦਾ ਫਿਰ ਜਿਹੜਾ ਮੇਰੇ ਪਾ ਬੰਦਾ ਕੀ ਕਰੇ। ਚਲੋ ਹੈਲੋ ਹੈਲੋ ਆ ਜਾਉਣੇ ਇਹਦੇ ਚ ਲਾ ਦੇਣਾ।